गुरु रूप गुरु खालसा साध संगत जीओ। वाहे गुरु जी का खालसा, वाहे गुरु जी की फतेह। अपने सारिਆਂ ਦੇ ਵੱਡੇ ਭਾਗ गुरु ग्रंथ ਸਾਹਿਬ ਮਹਾਰਾਜ ਦੀ ਅਤੀ ਕਿਰਪਾ ਸਦਕਾ ਆਪਾਂ ਸਾਰਿਆਂ ਨੂੰ ਗਰੀਬ ਨਵਾਜ ਸਤਿਗੁਰੂ ਦੀ ਨਿੱਘੀ ਮਿੱਠੀ ਸੁਖਦਾਇਕ ਗੋਦ ਪ੍ਰਾਪਤ ਹੋਈ ਹੈ। ਦਾਤਾਰ ਪਿਤਾ ਨੇ ਜਿੱਥੇ ਇੰਨੀ ਕਿਰਪਾ ਕੀਤੀ ਹੈ, ਥੋੜ੍ਹੀ ਜਿਹੀ ਕਿਰਪਾ ਹੋਰ ਕਰਨ। ਆਪਾਂ ਸਾਰਿਆਂ ਨੂੰ ਸਾਵਧਾਨਤਾ, ਇਕਾਗਰਤਾ, ਸ਼ਰਧਾ, ਭਾਵਨਾ, ਪ੍ਰੇਮ ਬਖਸ਼ ਕੇ ਸ਼ਬਦ ਸੁਰਤ ਦਾ ਮਿਲਾਪ ਕਰਾਉਂਦਿਆਂ ਹੋਇਆਂ ਇਹ ਸਾਧ ਸੰਗਤ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਆਓ ਆਪਣੀਆਂ ਸੁਰਤੀਆਂ ਵਿਰਤੀਆਂ ਸੰਸਾਰ ਵੱਲੋਂ ਸੰਕੋਚਦਿਆਂ ਹੋਇਆਂ ਗੁਰੂ ਚਰਨਾਂ ਨਾਲ ਜੋੜੀਏ। ਅੱਜ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਪਵਿੱਤਰ ਪਾਵਨ ਅੰਗ 106 ਤੋਂ ਉੱਪਰੋਂ ਚੌਥੀ ਲੈ ਪੰਗਤੀ ਦੇ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਰਾਗ ਮਾਝ ਹੈ, ਪੰਚਮ ਪਾਤਸ਼ਾਹ ਦੀ ਮਾਖਿਓਂ ਮਿੱਠੀ ਅੰਮ੍ਰਿਤਮਈ ਬਾਣੀ ਆਪਣੇ ਤੇ ਬਖਸ਼ਿਸ਼ ਕਰ ਰਹੇ ਨੇ। ਮਾਝ ਮਹਿਲਾ ਪੰਜਵਾਂ। ਮਾਨ ਤਨ ਤੇਰਾ ਧਨ ਭੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਜੀਓ ਪਿੰਡ ਸਭ ਰਾਸ ਤੁਮਾਰੀ, ਤੇਰਾ ਜ਼ੋਰ ਗੋਪਾਲਾ ਜੀਓ। ਸਦਾ ਸਦਾ ਤੂੰ ਹੈ ਸੁਖਦਾਈ, ਨਿਮ ਨਿਮ ਲਾਗਾਂ ਤੇਰੀ ਪਾਈ। ਕਾਰ ਕਮਾਵਾਂ ਜੇ ਤੁਧ ਭਾਵਾਂ, ਜਾਂ ਤੂੰ ਦੇਹ ਦਇਆਲਾ ਜੀਓ। ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇਹੇ ਸੋਈ ਸੁਖ ਸਹਿਣਾ। ਜਿੱਥੈ ਰਖੈਂ ਬੈਕੁੰਠਿਤ ਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀਓ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ। ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਇਸ ਸ਼ਬਦ ਦੇ ਵਿੱਚ ਸੇਵਾ ਦੇ ਪੁੰਜ, ਨਿਮਰਤਾ ਦੇ ਮਹਾਸਾਗਰ, ਭਾਰਤ ਵਰਸ਼ ਦੇ ਪਹਿਲੇ ਸ਼ਹੀਦ, ਸ਼ਹੀਦਾਂ ਦੇ ਸਿਰਤਾਜ ਪੰਜਵੇਂ ਗੁਰੂ ਨਾਨਕ ਆਪਣੀ ਮਹਾ ਮੁਬਾਰਕ ਅਤੀ ਸੱਚੀ ਸੁੱਚੀ ਰਸ ਰਸੀ ਮਹਾ ਮਿੱਠੜੀ ਰਸਨਾ ਦੁਆਰਾ ਫਰਮਾ ਰਹੇ ਨੇ। ਤਾਨ ਧਨ ਤੇਰਾ, ਤਾਨ ਮਨ ਤੇਰਾ, ਧਨ ਭੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਜੀਓ ਪਿੰਡ ਸਭ ਰਾਸ ਤੁਮਾਰੀ, ਤੇਰਾ ਜ਼ੋਰ ਗੋਪਾਲਾ ਜੀਓ। ਹੇ ਮੇਰੇ ਗੋਪਾਲ ਪਿਤਾ, ਹੇ ਧਰਤੀ ਨੂੰ ਪਾਲਣ ਹਾਰੇ ਸਤਿਗੁਰੂ, ਇਹ ਮੇਰਾ ਜਿਹੜਾ ਪਿੰਡ ਹੈ, ਪਿੰਡ ਬਣੇ ਪਿੰਡਾ ਸਰੀਰ ਬਾਡੀ, ਇਹ ਜਿਹੜਾ ਮੇਰਾ ਪਿੰਡ ਹੈ, ਇਹ ਮੇਰੀ ਜਿੰਦ ਹੈ, ਇਹ ਸਭ ਤੇਰੀ ਦਿੱਤੀ ਹੋਈ ਰਾਸ ਪੂੰਜੀ ਹੈ। ਹੇ ਪਰਮਾਤਮਾ ਜੀ, ਜਦੋਂ ਇਹ ਸਰੀਰ ਹੀ, ਇਹ ਜਿੰਦ ਹੀ ਤੇਰੀ ਦਿੱਤੀ ਹੋਈ ਹੈ, ਤਾਂ ਇਹ ਤਾਨ ਵੀ, ਇਹ ਮਨ ਵੀ, ਇਹ ਧਨ ਵੀ ਤਾਂ ਤੇਰਾ ਹੀ ਹੋਇਆ। ਫਿਰ ਇਹ ਤੇਰਾ ਹੀ ਹੈ ਸਤਿਗੁਰੂ। ਸਾਧ ਸੰਗਤ ਜੀ, ਆਪਾਂ ਸੰਸਾਰਕ ਬੰਦੇ ਹਾਂ। ਮਾਇਆ ਦਾ ਪ੍ਰਭਾਵ ਹੋਣ ਕਾਰਨ ਅਸੀਂ ਹਮੇਸ਼ਾ ਭਰਮ ਭੁਲੇਖੇ ਦੇ ਵਿੱਚ ਫਸੇ ਰਹਿੰਦੇ ਹਾਂ। ਸਾਨੂੰ ਲੱਗਦਾ ਇਹ ਮੇਰਾ, ਇਹ ਬੇਗਾਨਾ ਹੈ। ਅਸੀਂ ਉਸ ਨੂੰ ਮੇਰੇ ਕਬਜ਼ੇ ਵਿੱਚ ਕਰਨ ਦੇ ਵਾਸਤੇ ਅਨੇਕ ਤਰ੍ਹਾਂ ਦੇ ਪਾਪੜ ਵੇਲਦੇ ਹਾਂ, ਪਾਪ ਕਮਾਉਂਦੇ ਹਾਂ। ਸਾਨੂੰ ਅਖਰੀ ਗਿਆਨਤਾ ਹੋ ਗਿਆ ਕਿ ਅਸੀਂ ਹਮੇਸ਼ਾ ਨਹੀਂ ਰਹਿਣਾ, ਅਸੀਂ ਸਾਰਾ ਕੁਝ ਇੱਥੇ ਛੱਡ ਕੇ ਚਲੇ ਜਾਣਾ।
ਪਰ ਸਾਧ ਸੰਗਤ ਜੀਓ ਇਹ ਗਿਆਨ ਦ੍ਰਿੜ ਨਹੀਂ ਹੋਇਆ। ਜਿੱਦੇ ਦ੍ਰਿੜ ਹੋ ਗਿਆ ਉਹਦੇ ਬਿਲਕੁਲ ਸਾਡੀ ਧੁੰਨੀ ਚੋਂ ਇਹ ਆਵਾਜ਼ ਨਿਕਲੇਗੀ, ਹੇ ਪਰਮਾਤਮਾ ਜੀ ਇਹ ਮਨ ਵੀ, ਇਹ ਤਨ ਵੀ, ਇਹ ਧਨ ਵੀ ਤੇਰਾ ਹੈ। ਹੁਣ ਤਾਂ ਅਸੀਂ ਕਈ ਵਾਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣਾ ਹੁੰਦਾ ਹੈ, ਬਟੂਏ ਦੇ ਵਿੱਚ ਨਿਗਾਹ ਮਾਰਦਿਆਂ ਸਭ ਤੋਂ ਛੋਟਾ ਸਿੱਕਾ, ਛੋਟਾ ਕਰੰਸੀ ਕਿਹੜੀ ਹੈ ਸਾਡੇ, ਜਾਂ ਕਈ ਵਾਰੀ ਜਿਹੜਾ ਨੋਟ ਮਾਰਕੀਟ 'ਚ ਨਹੀਂ ਚੱਲਦਾ ਉਹ ਅਸੀਂ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਦੇ ਹਾਂ, ਕਿਉਂਕਿ ਅਜੇ ਅਖਰੀ ਗਿਆਨ ਤਾਂ ਹੋ ਗਿਆ ਪਰ ਅਜੇ ਦ੍ਰਿੜ ਨਹੀਂ ਹੋਇਆ ਕਿ ਤਾਨ ਮਾਨ ਧਨ ਸਭ ਪਰਮਾਤਮਾ ਤੇਰਾ ਹੈ। ਤੂੰ ਠਾਕੁਰ ਸੁਆਮੀ ਪ੍ਰਭ ਮੇਰਾ, ਹੈ ਪਰਮਾਤਮਾ ਜੀ ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਨਾਥ ਹੈ, ਤੂੰ ਮੇਰਾ ਸੁਆਮੀ ਹੈ। ਇਹ ਜਿੰਦ, ਇਹ ਪਿੰਡ, ਇਹ ਸਭ ਤੇਰੀ ਰਾਸ਼ੀ ਹੈ ਅਤੇ ਜਿਹੜਾ ਮੇਰਾ ਜ਼ੋਰ ਹੈ ਉਹ ਵੀ ਤੇਰਾ ਹੈ। ਮੇਰੀ ਬੁੱਧੀ 'ਚ ਜੋ ਜ਼ੋਰ ਵਰਤ ਰਿਹਾ, ਮੈਂ ਆਪਣੀ ਬੁੱਧੀ ਦੇ ਜ਼ੋਰ ਨਾਲ ਜੋ ਕੰਮ ਕਰਦੇ ਹਾਂ ਜਾਂ ਆਪਣੇ ਸਰੀਰ ਦੇ ਨਾਲ ਜੋ ਵੀ ਕੰਮ ਕਰਦਾ ਉਹ ਸਭ ਤੇਰੇ ਜ਼ੋਰ ਨਾਲ ਕਰਦਾ। ਸਾਧ ਸੰਗਤ ਜੀ ਨੂੰ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਜ਼ੋਰ, ਕਿਉਂਕਿ ਜੇ ਆਪਾਂ ਬਿਨਾਂ ਬਿੰਦੀ ਤੋਂ ਬੋਲਾਂਗੇ ਹੋ ਜਾਊਗਾ ਜ਼ੋਰ। ਜ਼ੋਰ ਬਣਦਾ ਜੋੜ ਕੇ, ਦੋਏ ਕਰ ਜ਼ੋਰ ਕਰੂੰ ਅਰਦਾਸ, ਫਿਰ ਉਹ ਹੋ ਜਾਊਗਾ। ਹੁਣ ਇਹ ਜ਼ੋਰ ਦਾ ਮਤਲਬ ਤਾਕਤ, ਸ਼ਕਤੀ। ਸਾਧ ਸੰਗਤ ਜੀ ਜੇ ਆਪਾਂ ਸਵਾਸ ਲੈ ਰਹੇ ਹਾਂ ਤਾਂ ਇਹ ਪਰਮਾਤਮਾ ਦੇ ਜ਼ੋਰ ਕਾਰਨ ਹੀ ਲੈ ਰਹੇ ਹਾਂ। ਜੇ ਸਾਨੂੰ ਭੁੱਖ ਲੱਗਦੀ ਹੈ ਜਾਂ ਨੀਂਦ ਆਉਂਦੀ ਹੈ, ਇਹ ਪਰਮਾਤਮਾ ਦੇ ਜ਼ੋਰ ਕਾਰਨ ਹੀ ਆਉਂਦੀ ਹੈ, ਇਹ ਸਾਡੇ ਯਤਨਾਂ ਨਾਲ ਨਹੀਂ ਆਉਂਦੀ। ਕਈ ਵਾਰੀ ਬੰਦੇ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਜੀ ਮੈਂ 4 ਵਜੇ ਉੱਠਦਾ ਜੀ, ਮੈਂ 5 ਵਜੇ ਉੱਠਦਾ ਜੀ, ਮੈਂ 3 ਵਜੇ ਉੱਠਦਾ। ਨਹੀਂ, ਉਹ ਗੁਰੂ ਮਹਾਰਾਜ ਦੀ ਕਿਰਪਾ ਹੈ, ਅਤੀ ਕਿਰਪਾ ਹੈ। ਉਹ ਸਾਨੂੰ ਸਵਾਰਨਾ ਚਾਹ ਰਹੇ ਨੇ, ਇਸ ਕਾਰਨ ਉਹ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਸਾਨੂੰ ਉਹ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਦੇ ਨੇ। ਜਾਗਤਾਂ ਕਈ ਗੁਰਮੁਖ ਪਿਆਰਿਆਂ ਦੇ ਮੂੰਹੋਂ ਸੁਣਿਆ, ਕਹਿੰਦੇ ਜਾਗਤਾਂ ਸਾਜਰੇ ਆ ਜਾਂਦੀ ਹੈ, ਕਹਿੰਦੇ ਆਰਾਮ ਨਾਲ, ਕਹਿੰਦੇ 2:30 ਵਜੇ, 3 ਵਜੇ, 3:30 ਵਜੇ ਬਿਨਾਂ ਅਲਾਰਮ ਤੋਂ ਜਾਗ ਆ ਜਾਂਦੀ ਹੈ। ਕਹਿੰਦੇ ਫਿਰ ਪਏ ਰਹੀਦਾ, ਫਿਰ ਨੀਂਦ ਆ ਜਾਂਦੀ ਹੈ। ਆਪਣੇ ਤੇ ਕਿਰਪਾ ਹੈ। ਜਿਹੜਾ ਕੋਈ ਗੁਰਮੁਖ ਪਿਆਰਾ ਵਡਭਾਗੀ ਜੀਵ ਅੰਮ੍ਰਿਤ ਵੇਲੇ ਜਾਗ ਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਦੀ ਅਵਸਥਾ ਨੂੰ ਪ੍ਰਾਪਤ ਹੈ। ਭਾਵ ਸਵੇਰੇ ਉੱਠ ਕੇ ਇਸ਼ਨਾਨ ਸੋਧਦਾ, ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰਦਾ। ਇਹ ਸਮਝ ਲਓ ਸਾਡਾ ਜ਼ੋਰ ਨਹੀਂ ਹੈ। ਸ਼੍ਰੀ ਰਾਗ ਦੇ ਰਾਹੀਂ ਮਹਾਰਾਜ ਫਰਮਾਉਂਦੇ ਨੇ, ਕਰਤਾ ਸਭ ਕੋ ਤੇਰਾ ਜ਼ੋਰ, ਏਕ ਸ਼ਬਦ ਵਿਚਾਰੀਐ, ਜਾਂ ਤੂੰ ਤਾਂ ਕਿਆ ਹੋਰ। ਆਪਾਂ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੋਟਾ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਜਿਹੜੇ ਪਰਮਾਤਮਾ ਦੇ ਹੱਥ 'ਚ ਜ਼ੋਰ ਹੈ ਨਾ, ਜ਼ੋਰ ਹੈ, ਉਹੀ ਸਾਰੇ ਸੰਸਾਰ ਨੂੰ ਕਰਦਾ ਤੇ ਕਰਕੇ ਵੇਖਿਆ, ਭਾਵ ਉਹਦੀ ਸੰਭਾਲ ਕਰਦਾ। ਇਸ ਕਾਰਨ ਨਾਨਕ ਉੱਤਮ ਨੀਚ ਨਾ ਕੋਏ, ਹੈ ਨਾਨਕ ਇਸ ਸੰਸਾਰ ਦੇ ਵਿੱਚ ਨਾ ਕੋਈ ਨੀਮ ਹੈ ਨਾ ਕੋਈ ਉੱਤਮ ਹੈ, ਕਿਉਂਕਿ ਸਾਰਾ ਜ਼ੋਰ ਹੈ ਪਰਮਾਤਮਾ ਦਾ ਵਰਤ ਰਿਹਾ। ਅਸੀਂ ਮਰ ਤਿਆਗਦੇ ਹਾਂ। ਕਈ ਵਾਰੀ ਸੋਚਦੇ ਹਾਂ ਪਰਮਾਤਮਾ ਤੇਰਾ ਜ਼ੋਰ ਵਾਪਰਿਆ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਬੰਨ ਪੈ ਜਾਂਦਾ ਜਾਂ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ, ਵਿਚਾਰੇ ਖਪੀ ਜਾਂਦੇ ਨੇ। ਜੇ ਅਸੀਂ ਛੇਤੀ ਉੱਥੋਂ ਖਲਾਸ ਹੋ ਜਾਂਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਪਰਮਾਤਮਾ ਦਾ ਜ਼ੋਰ ਵਰਤ ਰਿਹਾ। ਅੱਗੇ ਗਰੀਬ ਨਵਾਜ਼ ਕਹਿੰਦੇ, ਸਦਾ ਸਦਾ ਤੂੰ ਹੈ ਸੁਖਦਾਈ, ਨਿਮ ਨਿਮ ਲਾਗਾਂ ਤੇਰੀ ਪਾਈ, ਕਾਰ ਕਮਾਵਾਂ ਜੇ ਤੁਧ ਭਾਵਾਂ, ਜਾਂ ਤੂੰ ਦੇਹ ਦਇਆਲਾ ਜੀਓ। हे परमात्मा जी, तू हमेशा हमेशा सुख देने वाला है। सुखदाई का मतलब सुख देने वाला। परमात्मा हमेशा सुखदाता है। साध संगत जी, वो दुखदाता नहीं है।
ਫਿਰ ਅਸੀਂ ਸੋਚਾਂਗੇ ਜੀ ਸਾਨੂੰ ਦੁੱਖ ਕਿਉਂ ਆਉਂਦੇ ਨੇ। ਦੁੱਖ ਸਾਨੂੰ ਸਾਡੀਆਂ ਨਦਾਨੀਆਂ ਕਾਰਨ, ਸਾਡੀਆਂ ਬੇਵਕੂਫੀਆਂ ਕਾਰਨ ਆਉਂਦੇ ਨੇ। ਅਸੀਂ ਨਾ ਕਈ ਵਾਰੀ ਬਹੁਤੇ ਸਿਆਣੇ ਬਣ ਜਾਂਦੇ ਹਾਂ। ਮੈਂ ਇੱਕ ਬੰਦੇ ਨੂੰ ਜਾਣਦਾ, ਜਦੋਂ ਅਸੀਂ ਡਿਪਾਰਟਮੈਂਟ 'ਚ ਬੈਠੇ ਹੋਣਾ, ਕਈ ਵਾਰੀ ਕੋਈ ਰਸਗੁੱਲਾ ਆਉਣਾ, ਗੁਲਾਬ ਜਾਮਣ ਆਉਣੀ, ਨਹੀਂ ਜੀ ਮੈਂ ਨਹੀਂ ਖਾਣੀ, ਮੈਂ ਨਹੀਂ ਖਾਣੀ। ਸਬਜ਼ੀ 'ਚ ਆਪਣੇ ਤਰੀਕੇ ਨਾਲ ਨਮਕ ਮਿਰਚ ਘਟਾਤਾ, ਸਿਆਣਾ ਬਣਿਆ। ਉਹਦਾ ਸਿੱਟਾ ਕੀ ਨਿਕਲਿਆ? ਸਾਧ ਸੰਗਤ ਜੀ, ਬੋਡੀ ਦੇ ਵਿੱਚੋਂ ਸੋਡੀਅਮ, ਫਾਸਫੋਰਸ, ਕਿੰਨੇ ਜਿਹੜੇ ਇਹ ਤੱਤ ਘਟ ਗਏ, ਹਸਪਤਾਲ ਦਾਖਲ ਕਰਾਉਣਾ ਪਿਆ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਪਰਹੇਜ਼ ਨਹੀਂ ਰੱਖਣਾ, ਪਰਹੇਜ਼ ਰੱਖਣਾ, ਉਹਦੀ ਵੀ ਕੋਈ ਲਿਮਟ ਹੈ। ਉਹ ਵੀ ਜੇ ਸਾਨੂੰ ਡਾਕਟਰ ਰਿਕਮੈਂਡ ਕਰਦਾ, ਅਸੀਂ ਟੈਸਟ ਕਰਾਉਂਦੇ ਹਾਂ, ਉਹਦੇ ਮੁਤਾਬਕ ਲੱਗਦਾ ਕਿ ਜੀ ਮੇਰੀ ਸ਼ੂਗਰ ਅਪ ਹੋ ਰਹੀ ਹੈ ਜਾਂ ਮੇਰੀ ਬੋਡੀ ਦੇ ਵਿੱਚ ਕਿਸੇ ਚੀਜ਼ ਦੀ ਜਿਹੜੀ ਉਹ ਵਾਧਾ ਹੋ ਰਿਹਾ, ਫਿਰ ਆਪਾਂ ਉਹ ਚੀਜ਼ ਦਾ ਪਰਹੇਜ਼ ਕਰ ਲੈਣਾ। ਪਰ ਆਪਣੇ ਆਪ ਨਹੀਂ। ਬਹੁਤੇ ਬੰਦਿਆਂ ਨੂੰ ਦੇਖਿਆ ਮੈਂ, ਆਪਣੀ ਸਿਆਣਪ ਨਾਲ ਕਿਸੇ ਨੂੰ ਉਹ ਮਿੱਤਰ ਬਣਾ ਲੈਂਦੇ ਨੇ, ਕਿਸੇ ਨੂੰ ਉਹ ਦੁਸ਼ਮਣ ਕਿਆਸ ਕਰ ਲੈਂਦੇ ਨੇ ਕਿ ਜੋ ਬੰਦਾ ਫਲਾਣਾ ਮਾੜਾ ਹੈ। ਅਸੀਂ ਨਾ ਕਈ ਵਾਰੀ ਐਵੇਂ ਪੀਲਾ ਜਿਹਾ ਫਲ ਦੇਖ ਕੇ ਸਮਝ ਲਾ ਲੈਂਦੇ ਕਿ ਇਹ ਮਿੱਠਾ ਹੋਣਾ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਪੱਕਿਆ ਹੋਇਆ ਫਲ ਮਿੱਠਾ ਹੀ ਹੋਵੇ, ਉਹ ਜ਼ਹਿਰੀਲਾ ਵੀ ਹੋ ਸਕਦਾ ਹੈ। ਇਹ ਸਾਡੀ ਸਿਆਣਪ, ਜਿਹੜੀ ਕਿ ਸਾਡੀ ਇੱਕ ਤਰ੍ਹਾਂ ਦੀ ਬੇਵਕੂਫੀ ਹੁੰਦੀ ਹੈ, ਉਹਦੇ ਕਾਰਨ ਸਾਨੂੰ ਦੁੱਖ ਆਉਂਦੇ ਨੇ। ਅਸੀਂ ਆਪਣੇ ਸਿਆਣਪ ਨਾਲ ਹੀ ਭੈਣਾਂ ਭਰਾਵਾਂ ਦੇ ਵਿੱਚ ਵਿਥਾਂ ਪਾ ਲੈਂਦੇ ਹਾਂ, ਰਿਸ਼ਤੇਦਾਰਾਂ ਦੇ ਵਿੱਚ ਦੂਰੀਆਂ ਪਾ ਕੇ ਬਹਿ ਜਾਂਦੇ ਹਾਂ, ਆਪਣੇ ਪਰਿਵਾਰ ਨੂੰ ਕਈ ਵਾਰੀ ਤੋੜ ਲੈਂਦੇ ਹਾਂ ਕਿ ਜੀ ਇਹ ਮੇਰੇ ਘਰ ਵਾਲਾ ਜਾਂ ਮੇਰੇ ਘਰ ਵਾਲੀ ਇੱਦਾਂ ਦੀ ਆ। ਐਵੇਂ ਦੇਖਿਆ ਨਹੀਂ ਹੁੰਦਾ, ਕੁਛ ਸੁਣਿਆ ਨਹੀਂ ਹੁੰਦਾ, ਉਹੀ ਅੰਦਾਜ਼ੇ ਹੀ ਲਾ ਲਾ ਕੇ। ਪਰਮਾਤਮਾ ਸਾਨੂੰ ਹਮੇਸ਼ਾ ਹਮੇਸ਼ਾ ਸੁੱਖ ਦਿੰਦਾ ਹੈ, ਉਹ ਦੁੱਖ ਨਹੀਂ ਦਿੰਦਾ। ਸਾਧ ਸੰਗਤ ਜੀ, ਜੇ ਆਪਾਂ ਦੁੱਖਾਂ ਦਾ ਵਰਗੀਕਰਨ ਕਰੀਏ ਤਾਂ ਸਿਰਫ ਜਿਹੜੇ ਪਰਮਾਤਮਾ ਵੱਲੋਂ ਸਾਨੂੰ ਦੁੱਖ ਦਿੱਤੇ ਜਾਂਦੇ ਨੇ, ਉਹ ਤਾਂ ਸਿਰਫ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ। ਹਨੇਰੀ ਹੋ ਗਈ, ਮੀਂਹ ਹੋ ਗਿਆ, ਗੜੇ ਹੋ ਗਏ, ਕੋਈ ਝੱਖੜ ਝੋਲਾ ਹੋ ਗਿਆ, ਕੋਈ ਸੁਨਾਮੀ ਹੋ ਗਈ, ਸਾਰੇ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ। ਇਹ ਦੁੱਖਾਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ ਹੈ। ਜਿਹੜੇ ਬੰਦੇ ਨੂੰ ਬੰਦੇ ਵੱਲੋਂ ਦੁੱਖ ਦਿੱਤੇ ਜਾਂਦੇ ਨੇ, ਉਹਨਾਂ ਦੀ ਗਿਣਤੀ ਤਾਂ ਕਿਤੇ ਜ਼ਿਆਦਾ ਹੈ। ਅੱਜ ਦੁਨੀਆ ਦੁਖੀ ਹੈ, ਕੋਈ ਮਾਂ ਬਾਪ ਹੱਥੋਂ ਦੁਖੀ ਹੈ, ਕੋਈ ਭੈਣਾਂ ਭਰਾਵਾਂ ਵੱਲੋਂ ਦੁਖੀ ਹੈ, ਕੋਈ ਪਤੀ ਪਤਨੀ ਵੱਲੋਂ ਦੁਖੀ ਹੈ, ਕੋਈ ਆਪਣੇ ਜੰਮੇ ਧੀ ਪੁੱਤਾਂ ਵੱਲੋਂ ਦੁਖੀ ਹੈ, ਕੋਈ ਆਪਣੇ ਸਹੇੜੇ ਨੂੰਹ ਜਵਾਈਆਂ ਵੱਲੋਂ ਦੁਖੀ ਆ, ਕੋਈ ਆਂਢੀ ਗੁਆਂਢੀ ਤੋਂ ਦੁਖੀ ਹੈ, ਕੋਈ ਆਪਣੇ ਕਿਸੇ ਕੁਲੀਗ ਜਿਹੜਾ ਕਿ ਚਮਚਾਗਿਰੀ ਕਰਦਾ ਉਹ ਤੋਂ ਦੁਖੀ ਆ। ਇਹਨਾਂ ਦੁੱਖਾਂ ਦੀ ਗਿਣਤੀ ਪਰਮਾਤਮਾ ਦੇ ਦਿੱਤੇ ਦੁੱਖਾਂ ਨਾਲੋਂ ਕਾਫੀ ਜ਼ਿਆਦਾ ਹੈ। ਤੀਜੀ ਤਰ੍ਹਾਂ ਦੇ ਦੁੱਖ ਉਹ ਹੁੰਦੇ ਨੇ ਜਿਹੜੇ ਮਨੁੱਖ ਵੱਲੋਂ ਆਪਣੇ ਆਪ ਨੂੰ ਦਿੱਤੇ ਗਏ ਦੁੱਖ। ਸਾਧ ਸੰਗਤ ਜੀ, ਇਹਨਾਂ ਦੀ ਤਾਂ ਗਿਣਤੀ ਕੋਈ ਨਹੀਂ। ਅਸੀਂ ਜੇ ਨਿਗਾਹ ਮਾਰੀਏ, ਸੈਲਫ ਐਨਾਲਿਸਿਸ ਕਰੀਏ ਕਿ ਜੋ ਫਲਾਣਾ ਚਾਚਾ ਫੁੱਫੜ ਮਾਸੜ ਸਾਡੇ ਤੋਂ ਦੂਰ ਕਿਉਂ ਹੋ ਗਿਆ, ਜੇ ਅਸੀਂ ਇਮਾਨਦਾਰੀ ਨਾਲ ਬੈਠ ਕੇ ਐਨਾਲਿਸਿਸ ਕਰੀਏ, ਉਹਦੇ ਵਿੱਚ ਸਾਡੀ ਗਲਤੀ ਜ਼ਿਆਦਾ ਹੋਏਗੀ, ਉਹਦੀ ਗਲਤੀ ਘੱਟ ਹੋਏਗੀ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਰੋਸ ਨਾ ਕਾਹੂ ਸੰਗ ਕਰੋ, ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਹੋਏ ਨਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਸਾਧ ਸੰਗਤ ਜੀ, ਇਹਨਾਂ ਦੁੱਖਾਂ ਦੀ ਗਿਣਤੀ ਹੁਣ ਫਰਜ਼ ਕਰ ਲਓ ਮੈਨੂੰ ਰਾਜਮਾ ਸੂਟ ਨਹੀਂ ਕਰਦੇ, ਮੈਂ ਫਿਰ ਵੀ ਖਾ ਰਿਹਾ ਜੀਭ ਦੇ ਸਵਾਦ ਪਿੱਛੇ। ਮੈਨੂੰ ਅਰਬੀਆਂ ਦੀ ਸਬਜ਼ੀ ਸਵਾਦ ਲੱਗਦੀ ਹੈ, ਪਰ ਮੇਰੀ ਸਰੀਰ ਨੂੰ ਉਹ ਫਿੱਟ ਨਹੀਂ ਪੈਂਦੀ, ਮੈਂ ਫਿਰ ਖਾ ਰਿਹਾ ਰੋਜ਼। ਸਰੀਰ ਪ੍ਰੋਬਲਮ ਦੇਊਗਾ ਹੀ ਦੇਊਗਾ। ਕੁਛ ਕੱਪੜੇ ਇਹੋ ਜਿਹੇ ਨੇ ਜਿਹੜੇ ਮੈਨੂੰ ਸੋਹਣੇ ਲੱਗਦੇ ਨੇ, ਪਰ ਮੇਰੀ ਬੋਡੀ ਨੂੰ ਚੰਗੇ ਨਹੀਂ ਲੱਗਦੇ, ਖਾਰਸ਼ ਪਾਉਂਦੇ ਨੇ, ਉਹ ਵੱਢ ਵੱਢ ਖਾਂਦਾ ਕੱਪੜੇ ਕਈ, ਮੈਂ ਫਿਰ ਵੀ ਲੋਕਾਂ ਨੂੰ ਟੌਰ ਜਮਾਉਣ ਵਾਸਤੇ ਪਾ ਰਿਹਾ। ਆਪਣੇ ਆਪ ਨੂੰ ਬਹੁਤ ਸਾਰੇ ਦੁੱਖ ਨੇ ਜਿਹੜੇ ਦਿੱਤੇ ਜਾਂਦੇ ਨੇ। ਪਰਮਾਤਮਾ ਤਾਂ ਹਮੇਸ਼ਾ ਸੁਖਦਾਈ ਹੈ। ਹੇ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿ ਰਹੇ ਨੇ, ਹੇ ਪਰਮਾਤਮਾ ਜੀ, ਤੂੰ ਹਮੇਸ਼ਾ ਹਮੇਸ਼ਾ ਸੁੱਖ ਦੇਣ ਵਾਲਾ ਹੈ, ਇਸ ਕਾਰਨ ਨਿਮ ਨਿਮ ਲਾਗਾਂ ਤੇਰੀ ਪਾਈ। ਹੇ ਪਰਮਾਤਮਾ ਜੀ, ਮੈਂ ਤੇਰੇ ਚਰਨਾਂ ਨਾਲ, ਤੇਰੇ ਪੈਰਾਂ ਨਾਲ ਨਿਉ ਨਿਉ ਕੇ ਲੱਗਦਾ, ਭਾਵ ਬੜਾ ਨਿਮਾਣਾ ਹੋ ਕੇ ਤੇਰੇ ਚਰਨਾਂ 'ਚ ਪੈਣਾ। ਮਹਾਰਾਜ ਮੈਂ ਕਾਰ ਕਮਾਵਾਂ ਜੇ ਤੁਧ ਭਾਵਾਂ,
ਜਾਂ ਤੂੰ ਦੇਹ ਦਇਆਲਾ ਜੀਓ। हे परमात्मा, मैं ਉਹੀ ਕੰਮ ਕਰਾਂ, ਮੇਰੇ ਤੇ ਇਹ ਕਿਰਪਾ ਕਰ, ਮੇਰੇ ਤੇ ਦਇਆ ਕਰ, ਕਿਉਂਕਿ ਮੈਂ ਸਭ ਤੇਰਾ ਕੀਤਾ ਹੋਇਆ ਕਰਦਾ, ਕਿਉਂਕਿ ਸਾਰਾ ਜ਼ੋਰ ਹੈ ਤੇਰਾ। ਮੈਂ ਤਾਂ ਤੇਰੇ ਹੱਥ ਦੀ ਕੱਠ ਪੁਤਲੀ ਹਾਂ। ਜਿਵੇਂ ਤੂੰ ਮੈਨੂੰ ਨਚਾਉਣਾ ਚਾਹੁੰਦਾ ਹੈ ਮੈਂ ਉਸੇ ਤਰ੍ਹਾਂ ਹੀ ਨੱਚਦਾ। ਹੁਣ ਮੇਰੇ ਤੇ ਇਹ ਦਇਆ ਕਰ ਸਤਿਗੁਰੂ ਜੀਓ ਕਿ ਮੈਂ ਉਹੀ ਕੰਮ ਕਰਾਂ ਕਿ ਮੈਂ ਤੈਨੂੰ ਚੰਗਾ ਲੱਗ ਜਾਵਾਂ। ਜਾਂ ਤੂੰ ਦੇਹ ਦਇਆਲਾ ਜੀਓ। हे परमात्मा, ਜਿਹੜਾ ਤੂੰ ਜਦੋਂ ਤੂੰ ਮੈਨੂੰ ਇਹ ਦਿੰਨਾ ਤੇਰੀ ਭਜਨ ਬੰਦਗੀ ਦੀ ਕਾਰ, ਤੇਰੀ ਸਿਫਤ ਸਲਾਹ ਦੀ ਕਾਰ, ਤੇਰੀ ਸਾਧ ਸੰਗਤ ਦੀ ਕਾਰ, ਜੋ ਤੂੰ ਦਿੰਨਾ ਮੈਂ ਉਹੀ ਕਮਾਉਣਾ ਜਦੋਂ ਮੈਂ ਤੈਨੂੰ ਚੰਗਾ ਲੱਗਦਾ, ਜਦੋਂ ਤੂੰ ਮੈਨੂੰ ਦਿੰਨਾ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ, ਜੋ ਤੂੰ ਦੇਹ ਸੋਈ ਸੁਖ ਸਹਿਣਾ। ਜਿੱਥੈ ਰਖੈਂ ਬੈਕੁੰਠਤ ਥਾਈ, ਤੂੰ ਸਭਨਾ ਕੇ ਪਰਤਪਾਲਾ ਜੀਓ। ਇਹਨੂੰ ਪਰਤਪਾਲਾ ਪੜ੍ਹਨਾ ਨਹੀਂ, ਆਪਾਂ ਆਮ ਕਰਕੇ ਇਹਨੂੰ ਪਿਰਤਪਾਲਾ ਪੜ੍ਹ ਦਿੰਦੇ ਹਾਂ। ਪਿਰਤਪਾਲਾ ਨਹੀਂ, ਪਰਤਪਾਲਾ। ਗਰੀਬ ਨਵਾਜ ਕਹਿੰਦੇ, हे परमात्मा ਜੀ, ਮੈਂ ਸਾਰਾ ਕੁਝ ਤੈਥੋਂ ਹੀ ਲੈਣਾ। ਤੂੰ ਮੇਰਾ ਜ਼ੇਵਰ ਹੈ, ਭਾਵ ਤੂੰ ਮੈਨੂੰ ਇਹ ਚੀਜ਼ਾਂ ਦੇਣ ਵਾਲਾ ਹੈ। ਸਾਧ ਸੰਗਤ ਜੀ, ਬੱਚੇ ਦੇ ਲਾੜ ਮਾਂ ਬਾਪ ਹੀ ਲੜਾਉਂਦੇ ਨੇ, ਬੱਚੇ ਦੀਆਂ ਜਿੱਦਾਂ ਉਹਦੇ ਮਾਪੇ ਹੀ ਪੂਰੀਆਂ ਕਰਦੇ ਨੇ। ਹੁਣ ਪਰਮਾਤਮਾ ਸਾਡਾ ਸੱਚਾ ਪਿਤਾ ਹੈ, ਉਹ ਸਾਡਾ ਧਰਮੀ ਬਾਬਲ ਹੈ। हे परमात्मा ਜੀ, ਮੈਂ ਸਾਰਾ ਕੁਝ ਤੈਥੋਂ ਹੀ ਲੈਣਾ। ਤੂੰ ਮੈਨੂੰ ਦੇਣ ਵਾਲਾ ਹੈ, ਤੂੰ ਮੇਰਾ ਗਹਿਣਾ ਹੈ, ਤੂੰ ਮੇਰਾ ਜ਼ੇਵਰ ਹੈ। ਜੋ ਤੂੰ ਦੇਹ ਸੋਈ ਸੁਖ ਸਹਿਣਾ। परमात्मा, ਜੋ ਵੀ ਤੂੰ ਮੈਨੂੰ ਦਿੰਨਾ ਮੈਂ ਉਸ ਨੂੰ ਸੁੱਖ ਕਰਕੇ ਸਹਿਣਾ। ਸਾਧ ਸੰਗਤ ਜੀ, ਆਪਾਂ ਆਸਾ ਦੀ ਵਾਰ ਦੇ ਵਿੱਚ ਰੋਜ਼ ਸੁਣਦੇ ਹਾਂ, ਚੰਗਾ ਚੰਗਾ ਕਰ ਮੰਨੈ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ, ਜੇ ਲੇਖਾ ਵਰਤੈ ਸੋਏ। परमात्मा ने ये चंगा करता, असी कहने परमात्मा तू बड़ा दयालू है, परमात्मा बहुत चंगा है। पर जे वो अपने दिते विचों कुछ हिस्सा वापस लै लैंदा फिर असी कहने परमात्मा तो बड़ा माड़ा है जी, परमात्मा ने तो ऐ नहीं करना चाहिए सी, परमात्मा नूं वो नहीं करना चाहिए सी। गुरु महाराज इत्थे सानू यही सिक्ख्या दे रहे हैं, क्योंकि साध संगत जी परमात्मा जो भी करता है ना वो ठीक करता है। साडी बुद्धि अल्प है, साडी बुद्धि बड़ी थोड़ी है, इस करके सानू लगता है कि ये परमात्मा ने यह काम गलत किया। एक बारी कुछ फक्कर फकीर परमात्मा दे प्यारे समुद्र के किनारे ते बैठे भगती करते हैं। उन्हां दे विच एक कोई मेरे वर्गा चलिया गया। साध संगत जी उत्थे ना बंदा है कोई ना परिंदा है, एकांत बिल्कुल है। वो 5-7 रब दे प्यारे ने, ओहदी सारा दिन ओहदा परमात्मा का नाम जपते हैं। समय अनुसार उन्हां नूं आकाश चों ही भोजन दीयां थालियां आ जांदियां ने, वो छकदे ने, शुक्र मनाउंदे ने। जो भी आ जाता है उन्होंने छकदे ने, अपने आप थालियां चलियां जांदियां ने। वो जिहड़ा कोई मेरे वर्गा गया सी हमातड़ भाई, जो उन्हां च बैठा जाके उन्होंने भी थाली आई है, वो बैठा छकिया उन्हें भी बड़ा स्वादी भोजन है। फिर रात लंघी है, दूजा दिन चढ़िया, वो रब दे प्यारे अमृत वेले जाके समुद्र दे विच ही नहा के अपने परमेश्वर दे विच फिर एकमक हो गए। ऐने नूं की होया, मीह पैण लग गया। मीह बाहर नहीं पै रहा, साध संगत समुद्र दे विच पै रहा, बड़ा मूसलधार मीह पै रहा, बहुत ज़्यादा। वो बंदा सोचदा है ये रब किड्डा मूर्ख है, बाहर दरख्त ने, बाहर बनस्पति है, जीव जंतु ने, इन्हां नूं पानी की लोड़ है, ये पानी च ही पानी सिੱਟੀ ਜਾਂਦਾ, ये पानी च पानी सिੱਟੀ ਜਾਂਦਾ। साध संगत जी जदों शामां होईयां ने, बाकी थालियां आ गईयां, उन्होंने थाली नहीं आई। वो दूजे साधु संत हैरान ने, कहने बई तू ऐ दस कोई रब ते तू शंका की है किसी गल ते? पहला तो ना जी करी, कहने यार तू सोच सारे दिन च अज तू
कोई शंका तेरे मन च आई आ परमात्मा प्रति, तां ही तैनूं थाली नहीं आई हैगी। ਉਹ ਕਹਿੰਦਾ ਹਾਂਜੀ, ਜਦੋਂ ਸਵੇਰੇ ਮੀਂਹ ਪੈ ਰਿਹਾ ਸੀ ਤੁਸੀਂ ਤਾਂ ਇੱਕ ਰਸ, ਇੱਕ ਚਿੱਤ, ਇੱਕ ਲਿਵ ਦੇ ਵਿੱਚ ਪਰਮਾਤਮਾ ਦੇ ਨਾਲ ਜੁੜੇ ਹੋਏ ਸੀ। ਮੇਰੇ ਮਨ 'ਚ ਇਹ ਸ਼ੰਕਾ ਆਈ ਸੀ ਵੀ ਪਰਮਾਤਮਾ ਵੀ ਕਮਾਲ ਦੀ ਗੱਲ ਆ, ਕਿੱਡਾ ਮੂਰਖ ਹੈ ਇਹ, ਪਾਣੀ 'ਚ ਪਾਣੀ ਸਿੱਟੀ ਜਾਂਦਾ ਹੈ, ਸਮੁੰਦਰ ਦੇ ਵਿੱਚ ਹੀ ਮੀਂਹ ਪਾ ਰਿਹਾ ਹੈ, ਬਾਹਰ ਮੀਂਹ ਦੀ ਲੋੜ ਹੈ, ਇਹ ਖਜੂਰਾਂ ਸੁੱਕ ਰਹੀਆਂ ਨੇ, ਬਨਸਪਤੀ ਸੁੱਕ ਰਹੀ ਹੈ, ਬਾਹਰ ਮੀਂਹ ਨਹੀਂ ਪਾਉਂਦਾ। ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਉਹ ਭਾਈ ਇਹ ਸ਼ੰਕਾ ਨਹੀਂ ਕਰੀਦੀ ਹੁੰਦੀ, ਅਸਲ ਦੇ ਵਿੱਚ ਸਮੁੰਦਰ ਦੇ ਵਿੱਚ ਜਦੋਂ ਗਰਮੀ ਪੈਂਦੀ ਹੈ, ਆਪਾਂ ਸਾਇੰਸ ਪੜ੍ਹੇ ਹੋਏ ਹਾਂ, ਪਾਣੀ ਉੱਡ ਜਾਂਦਾ ਅਤੇ ਨਮਕ ਹੇਠਾਂ ਰਹਿ ਜਾਂਦਾ। ਸਮੁੰਦਰ ਦਾ ਪਾਣੀ ਖਾਰਾ ਹੁੰਦਾ, ਜਦੋਂ ਗਰਮੀ ਪਈ ਹੈ ਇਹ ਇੱਥੋਂ ਪਾਣੀ ਉੱਡਿਆ, ਭਾਫ ਬਣ ਗਈਆਂ, ਬੱਦਲ ਬਣੇ ਨੇ, ਉਹ ਕਿਤੇ ਜਾ ਕੇ ਬਾਹਰ ਮੈਦਾਨਾਂ 'ਚ ਜਾ ਕੇ ਵਰਸ ਗਏ, ਪਹਾੜਾਂ 'ਤੇ ਜਾ ਕੇ ਵਰਸ ਗਏ। ਇੱਥੇ ਹੁਣ ਨੂਣ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ, ਇੱਥੇ ਰਹਿਣ ਵਾਲੀਆਂ ਮੱਛੀਆਂ ਹੋਰ ਜੀਵ ਜੰਤੂਆਂ ਨੂੰ ਬੜਾ ਮੁਸ਼ਕਿਲ ਹੋ ਗਿਆ ਰਹਿਣਾ। ਉਹ ਸਾਰਿਆਂ ਨੇ ਇੱਕ ਮਨ ਹੋ ਕੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਪਰਮਾਤਮਾ ਜੀ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ, ਸਾਡਾ ਇੱਥੇ ਜੀਵਨ ਖਤਰੇ 'ਚ ਹੈ, ਕਿਰਪਾ ਕਰੋ ਇੱਥੇ ਪਾਣੀ ਪਾਓ ਤਾਂ ਕਿ ਨਮਕ ਜਿਹੜਾ ਇਹ ਪਤਲਾ ਪੈ ਜਾਏ, ਡਿਲਿਊਟ ਹੋ ਜਾਏ, ਪਤਲਾ ਹੋ ਜਾਏ, ਕਿਰਪਾ ਕਰੋ। ਉਹਨਾਂ ਦੀ ਅਰਦਾਸ ਸੁਣ ਕੇ ਰੱਬ ਦੇ ਬੰਦਿਆ ਪਰਮਾਤਮਾ ਨੇ ਮੀਂਹ ਪਾਇਆ, ਤੂੰ ਪਰਮਾਤਮਾ 'ਤੇ ਸ਼ੱਕ ਕਰ ਰਿਹਾ। ਬਸ ਸਾਧ ਸੰਗਤ ਜੀ ਇਹੀ ਸਾਡੀ ਕਈ ਵਾਰੀ ਬੇਵਕੂਫੀ ਹੁੰਦੀ ਆ। ਜੋ ਪਰਮਾਤਮਾ ਸਾਡੇ ਲਈ ਕਰ ਰਿਹਾ ਹੈ, ਕਿਉਂਕਿ ਉਹ ਸਾਡਾ ਅਸਲੀ ਮਾਂ ਬਾਪ ਹੈ, ਉਹ ਸਾਡੇ ਭੂਤ ਨੂੰ, ਵਰਤਮਾਨ ਨੂੰ, ਭਵਿੱਖ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹਨੂੰ ਪਤਾ ਹੈ ਕਿ ਆਹ ਕੰਮ, ਆਹ ਚੀਜ਼ ਇਹਦੇ ਲਈ ਹਾਨੀਕਾਰਕ ਹੈ ਜਾਂ ਇਹਦੇ ਲਈ ਲਾਭਦਾਇਕ ਹੈ। ਇਸ ਕਾਰਨ ਉਹ ਸਾਨੂੰ ਉਸੇ ਅਵਸਥਾ ਵਿੱਚੋਂ ਦੀ ਲੰਘਾਉਂਦਾ ਹੈ। ਕਈ ਵਾਰੀ ਅਸੀਂ ਸ਼ੰਕਾ ਕਰਕੇ, ਅਸੀਂ ਵਹਿਮ ਕਰਕੇ ਪਾਪਾਂ ਦੇ ਭਾਗੀ ਬਣ ਜਾਂਦੇ ਹਾਂ। ਗਰੀਬ ਨਵਾਜ਼ ਇੱਥੇ ਹੀ ਕਹਿੰਦੇ ਨੇ, ਪਰਮਾਤਮਾ ਜੋ ਤੂੰ ਦਿੰਦਾ ਮੈਂ ਉਸ ਨੂੰ ਸੁੱਖ ਕਰਕੇ ਮੰਨਦਾ, ਖੱਖੇ ਨੂੰ ਔਂਕੜਾ ਸੁੱਖ ਦੇ ਨੂੰ, ਮੈਂ ਇਹ ਖੱਖੇ ਜਿਹੜਾ ਹੈ ਸੁੱਖ ਕਰਕੇ ਮੰਨਦਾ, ਜੋ ਤੂੰ ਮੈਨੂੰ ਦਿੰਦਾ। ਮੈਨੂੰ ਨੀਂਦ ਆ ਗਈ ਤਾਂ ਵੀ ਸੁੱਖ ਹੈ, ਜੇ ਨਹੀਂ ਦਿੰਦਾ ਪਰਮਾਤਮਾ ਮੈਨੂੰ ਸਿਮਰਨ ਕਰਨ ਦਾ ਮੌਕਾ ਮਿਲ ਜਾਂਦਾ ਤਾਂ ਵੀ ਮੇਰੇ ਲਈ ਵਧੀਆ। ਜੇ ਤੂੰ ਮੈਨੂੰ ਭੋਜਨ ਦਿੰਦਾ ਪਰਮਾਤਮਾ ਤਾਂ ਵੀ ਤੇਰਾ ਸ਼ੁਕਰਾਨਾ ਹੈ, ਜੇ ਤੂੰ ਨਹੀਂ ਦਿੰਦਾ ਪਰਮਾਤਮਾ ਹੋ ਸਕਦਾ ਮੇਰੇ ਅੰਦਰ ਕੋਈ ਬਕਾਰ ਹੋਵੇ, ਉਸ ਨੂੰ ਠੀਕ ਕਰਨ ਵਾਸਤੇ ਮੈਨੂੰ ਤੂੰ ਇਹ ਭੋਜਨ ਦਾ ਜਿਹੜਾ ਹੈ ਕੜਾਕਾ ਲਾਇਆ, ਭੋਜਨ ਦਾ ਮੇਰਾ ਵਰਤ ਰਖਵਾਇਆ। ਤੂੰ ਜੋ ਤੂੰ ਮੈਨੂੰ ਦਿੰਦਾ ਮੈਂ ਉਹਨੂੰ ਸੁੱਖ ਕਰਕੇ ਸਹਿਣਾ, ਜਿੱਥਾ ਰੱਖਾਂ ਬੈਕੁੰਠ ਤਥਾਈ। ਇਹ ਪਰਮਾਤਮਾ ਜੀ ਮੈਨੂੰ ਤੂੰ ਜਿੱਥੇ ਵੀ ਰੱਖਦਾ, ਟਿੱਬਿਆਂ 'ਚ ਰੱਖ, ਪਹਾੜਾਂ 'ਚ ਰੱਖ, ਮਾਰੂਥਲਾਂ 'ਚ ਰੱਖ, ਹਵੇਲੀਆਂ 'ਚ ਰੱਖ, ਉਜਾੜ 'ਚ ਰੱਖ, ਦੁੱਖ ਦੇ ਵਿੱਚ ਰੱਖ, ਸੁੱਖ ਦੇ ਵਿੱਚ ਰੱਖ, ਜਿੱਥੇ ਵੀ ਤੂੰ ਮੈਨੂੰ ਰੱਖਦਾ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਪਾਲਣ ਵਾਲੇ ਪਰਮਾਤਮਾ ਜੀਓ, ਜਿੱਥੇ ਤੂੰ ਮੈਨੂੰ ਰੱਖਦਾ ਉਹ ਮੇਰੇ ਲਈ ਬੈਕੁੰਠੇ ਹੈ। ਇਹ ਸਾਧ ਸੰਗਤ ਜੀ ਮਹਾਰਾਜ ਨੇ ਐਵੇਂ ਬੈਠ ਕੇ ਗੱਲਾਂ ਨਹੀਂ ਮਾਰੀਆਂ, ਪ੍ਰੈਕਟੀਕਲ ਕਰਕੇ ਦਿਖਾਇਆ। ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਮੇਰੇ ਗਰੀਬ ਨਵਾਜ ਸਤਿਗੁਰੂ ਇਹੀ ਗਾਉਂਦੇ ਰਹੇ ਨੇ, ਇਹੀ ਪੜ੍ਹਦੇ ਰਹੇ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੇਰਾ ਕੀਆ ਮਿੱਠਾ ਤਾਂ ਲੱਗਦਾ ਹੈ ਪਰਮਾਤਮਾ ਜੇ ਤੂੰ ਮੈਨੂੰ ਤੇਰਾ ਨਾਮ ਦੇਵੇਂ, ਮੈਂ ਤੇਥੋਂ ਨਾਮ ਮੰਗਦਾ। ਇਹ ਨਾਮ ਦੀ ਸ਼ਕਤੀ ਨਾਲ ਹੀ ਸਾਨੂੰ ਦੁੱਖ ਸੁੱਖ ਮਿੱਠੇ ਲੱਗਦੇ ਨੇ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਵਾਸਤੇ ਦੁੱਖ ਦੁੱਖ ਹੈ, ਸੁੱਖ ਸੁੱਖ ਹੈ। ਦੁੱਖ ਕੀ ਹੈ? ਸਾਡੀ ਭੁੱਖ, ਭੁੱਖ ਨਾਲ ਦੁੱਖ ਦਾ ਗੂੜਾ ਸੰਬੰਧ ਹੈ। ਭੋਜਨ ਦੀ ਭੁੱਖ ਹੋਵੇ ਤਾਂ ਵੀ ਦੁਖੀ ਹਾਂ, ਮਾਨ ਪ੍ਰਤਿਸ਼ਠਾ ਦੀ ਭੁੱਖ ਹੋਵੇ ਤਾਂ ਵੀ ਅਸੀਂ ਦੁਖੀ ਹਾਂ, ਕਿਸੇ ਰੂਪ ਰੰਗ ਦੀ ਭੁੱਖ ਹੋਵੇ ਅਸੀਂ ਤਾਂ ਵੀ ਦੁਖੀ ਹਾਂ, ਕਿਸੇ ਅਹੁਦੇ ਦੀ, ਕਿਸੇ ਤਰੱਕੀ ਦੀ, ਪ੍ਰਮੋਸ਼ਨ ਦੀ ਭੁੱਖ ਹੋਵੇ ਅਸੀਂ ਤਾਂ ਵੀ ਫਿਰ ਦੁਖੀ ਹਾਂ। ਜਦੋਂ ਹੁਣ ਕੋਈ ਕਿਸੇ ਚੀਜ਼ ਦੀ ਭੁੱਖ ਹੀ ਨਹੀਂ ਹੈ ਸਾਧ ਸੰਗਤ ਜੀ, ਬੰਦਾ ਦੁਖੀ ਕਿਵੇਂ ਹੋਏਗਾ? ਜੇ ਮਹਾਰਾਜ ਕਹਿ ਰਹੇ ਨੇ ਵੀ ਜੇ ਭੁੱਖ ਦੇਹ ਤਾਂ ਤੁਝਾ ਆਰਾਧੀ, ਦੁੱਖ ਪੀ ਤੁਝਾ ਧਿਆਈ, ਫਿਰ ਉੱਥੇ ਦੁੱਖ ਕਿਵੇਂ ਹੋਏਗਾ? ਤੱਤੀ ਤਵੀ 'ਤੇ ਵੀ ਬੈਠ ਕੇ ਢੋਲੇ ਦੀਆਂ ਲਾ ਰਹੇ ਨੇ। ਮਹਾਰਾਜ ਕਹਿੰਦੇ ਹੈ ਪਰਮਾਤਮਾ ਜੀ ਜਿੱਥੇ ਤੁਸੀਂ ਮੈਨੂੰ ਰੱਖਦੇ ਹੋ
ਮੇਰੇ ਲਈ ਉੱਥੇ ਹੀ ਸਵਰਗ ਹੈ। ਹੇ ਸਾਰਿਆਂ ਨੂੰ ਪਾਲਣ ਵਾਲੇ, ਚੰਗੀ ਤਰ੍ਹਾਂ ਪਾਲਣ ਵਾਲੇ ਪਰਮਾਤਮਾ ਜੀ, ਮੈਨੂੰ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਹੈ, ਕਿਸੇ ਵੀ ਕੋਈ ਦੁੱਖ ਨਹੀਂ ਹੈ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ। ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਦੁਖਾਲਾ ਮਨੇ ਦੁੱਖ। हे परमात्मा जी, मैं तेनू सिमरन सिमरन करके, मन करके, तन करके, सिमर के। गुरु नानक दे पंचम गुरु नानक फरमाउंदे ने, हे नानक परमात्मा नू सिमर सिमर के सुख खखे नू औंकड़ भाव श्रोमणी सुख की प्राप्ति हुई है, ਉਹਦੇ ਮਲਾਪ वाले सुख की प्राप्ति हुई है। अठे पहर परमात्मा तेरे गुण गाए ने, अठे पहर। फिर ये गुण गाउंदियां साध संगत जी हुंदा की है, सगल मनोरथ पूर्ण होए, कदे ना होए दुखाला जीओ। सारे मनोरथ, मनोरथ दो शब्दों तो बनया, जो आपां छंदी सेध करदे ना, मनो अर्थ भाव मन की इच्छा, मन की मनसा। साध संगत जी मेरे सतगुरु के चरनां दे विच बेअंत काम धेनुआं दे वग ने। मेरे गरीब नवाज दे सतगुरु के चरनां दे विच बेअंत तरह के पारजात रुखां दे जंगल ने। उथों तां सानू सुखा मिलने ही मिलने, साडिए मनो अर्थ पूरे होने ही होने, सानू मन चिंदे फल प्राप्त होने ही होने ने। साध संगत जी पर साडा विश्वास डोल जांदा कई बार। जे असी विश्वास करके मन्नीए ना, वो तां हत्थ च दातां लैके सानू फड़ाउण वास्ते तैयार ने, वो तां हत्थ साडे वल वधाए होए ने, पर साडा शरधा रूपी भावना रूपी भांडा ही नहीं साफ हैगा। भांडा ही असीं मुद्दा फड़िया होया, पुट्ठा फड़िया होया, वो दातां पावे तां कित्थे पावे। कहते सारे मनोरथ पूरे हो गए, हुण कदे ना होए दुख। हुण कदे दुख कदे हुंदे ही नहीं कदे जी। हे परमात्मा जी, हुण कदे भी दुख नहीं हुंदा जी, हुण हमेशा ही सुखी हो गए। माज महला पंजवां। अगे सतगुरु फरमाउंदे ने, फिर पार ब्रह्म परमेघ पठाया, जल थल महियल दह दिस वरसाया। शांत भई बुझी सब तृष्णा, आनंद पाया सब ठाई जियो। साध संगत नूं आनंद पढ़ना है, बेशक उत्ते टिप्पी नहीं लगी, क्योंकि गुरु महाराज वर्गा कोई जानकार नहीं। महाराज सारे निजमां दे जाणू ने। ਜਿਹੜੇ ਕਾਵ ਦੇ ਨਿਯਮ ਲਿਖੇ ਨੇ, ਉਹ ਇੱਕ ਰਿਸ਼ੀ ਹੋਇਆ ਪਿੰਗਲ। ਪਿੰਗਲ ਰਿਸ਼ੀ ਨੇ ਨਾਟ ਅਤੇ ਕਾਵ ਦੇ ਨਿਯਮ ਲਿਖੇ ਨੇ ਕਿ ਕਿਹੜੇ ਰਾਗ ਦੇ ਵਿੱਚ ਕਿੰਨੇ ਚਰਨ ਹੋਣੇ ਚਾਹੀਦੇ ਨੇ, ਕਿੰਨੀਆਂ ਲਘੂ ਮਾਤਰਾ ਹੋਣੀਆਂ ਚਾਹੀਦੀਆਂ ਨੇ, ਕਿੰਨੀਆਂ ਗੁਰੂ ਮਾਤਰਾ ਹੋਣੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਉਹਨਾਂ ਨੇ ਕੋਰੜੇ ਦੇ, ਸੋਰਠੇ ਦੇ, ਦੋਹਰੇ ਦੇ, ਸ਼ਲੋਕਾਂ ਦੇ, ਪੌੜੀਆਂ ਦੇ ਨਿਯਮ ਬਣਾਏ ਹੋਏ ਨੇ। ਹੁਣ ਗਰੀਬ ਨਵਾਜ ਨੇ ਇੱਥੇ ਲਗਾ ਮਾਤਰਾ ਦੀ ਗਿਣਤੀ ਪੂਰੀਆਂ ਕਰਨ ਹਿੱਤ ਆਨੰਦ ਦੇ ਉੱਤੇ ਟਿੱਪੀ ਨਹੀਂ ਲਾਈ ਹੈਗੀ, ਪਰ ਇਹ ਪੜਿਆ ਆਨੰਦੇ ਜਾਂਦਾ ਹੈ। ਆਨੰਦ ਤਾਂ ਕੋਈ ਚੀਜ਼ ਨਹੀਂ ਹੁੰਦੀ। ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ, ਆਨੰਦ ਭਇਆ ਸਭ ਠਾਈ ਜਿਉ। ਸੁਖ ਦਾਤਾ ਦੁਖ ਭੰਜਨ ਹਾਰਾ, ਆਪੇ ਬਖਸ਼ करे जी सारा। अपने कीते नो आप परत पाले, पै पैरी तैसै मनाई जियो। जाकी शरण पाया गत पाइयै, सास सास हर नाम ध्याइयै। तिस बिन होर ना दूजा ठाकुर, सब तैसै किया जाई जियो। तेरा मान तान प्रभ तेरा, तू सच्चा साहिब गुणी गहेरा। नानक दास कह बेनंती, आठ पहर तुद ध्याई जियो। इस शब्द दे विच पंचम पातशाह फरमाउंदे ने, पार ब्रह्म परमेघ पठाया। परमात्मा जी ने, अकाल पुरख वाहिगुरु जी ने अपने निज स्वरूप नूं सतगुरु बना के, बदल रूपी सतगुरु बना के उन्हें संसार दे विच भेजिया। मेघ का मतलब बदल, बदल सब नूं सुख दिंदा। साध संगत जी जिथे पैंदा उत्थे धरती हरियावली हो जाती है। हुण मेघ का मतलब जिवें कल बाबा जी दस रहे सी, भाव अर्थ सतगुरु
परमात्मा ते सतगुरु दे विच साध संगत जी कोई फर्क नहीं हुंदा। ਉਹਦਾ जोत रूप हर आप परमात्मा हुंदा। जोत गुरु परमात्मा आप निर्गुण स्वरूप है। ਜਦੋਂ ਉਹ ਸਰਗੁਣ ਸਰੂਪ ਦੇ ਵਿੱਚ ਆਉਂਦਾ ਤਾਂ ਉਹ ਸਤਿਗੁਰੂ ਬਣ ਜਾਂਦਾ। ਹੁਣ ਪਰਮਾਤਮਾ ਨੇ ਆਪਣੇ ਨਿੱਜ ਸਰੂਪ ਨੂੰ ਸਤਿਗੁਰੂ ਬਣਾ ਕੇ, ਸਤਿਗੁਰੂ ਰੂਪੀ ਬੱਦਲ ਬਣਾ ਕੇ ਇਹ ਸੰਸਾਰ ਦੇ ਵਿੱਚ ਭੇਜਿਆ, ਪਠਾਇਆ ਮੈਨੇ ਭੇਜਿਆ। ਫਿਰ ਹੋਇਆ ਕਿ ਜਲ ਥਲ ਮਹੀਅਲ ਦਹਿ ਦਿਸ ਵਰਸਾਇਆ। ਉਹ ਜਲਾਂ ਦੇ ਉੱਤੇ, ਥਲਾਂ ਦੇ ਉੱਤੇ, ਆਕਾਸ਼ ਦੇ ਵਿੱਚ, ਦਸੇ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਨੂੰ ਭੇਜ ਕੇ ਆਪਣੇ ਉਪਦੇਸ਼ ਰੂਪੀ ਨਾਮ ਦੀ ਵਰਖਾ ਕਰਵਾਈ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਕਿੱਥੇ ਜਾ ਕੇ ਵਰਸੇ ਨੇ। ਕਿੰਨੀ ਦਇਆ ਉਹਨਾਂ ਦੇ ਅੰਦਰ ਗਰੀਬ ਨਵਾਜ਼ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਪਹਾੜਾਂ ਤੇ, ਟਿੱਬਿਆਂ ਤੇ, ਗੰਦੀਆਂ ਥਾਵਾਂ ਤੇ, ਭਾਵ ਪਹਾੜ ਹੰਕਾਰੀ ਬੰਦਿਆਂ ਦੇ ਉੱਤੇ, ਟਿੱਬਿਆਂ ਖੁਸ਼ਕ ਬੰਦਿਆਂ ਦੇ ਉੱਤੇ, ਗੰਦੀਆਂ ਥਾਵਾਂ ਭੈੜੇ ਮਨੁੱਖਾਂ ਦੇ ਉੱਤੇ, ਸਾਰਿਆਂ ਤੇ ਜਾ ਕੇ ਵਰਸੇ ਨੇ। ਸਭ ਨੂੰ ਹਰਿਆਂ ਭਰਿਆਂ ਕੀਤਾ ਸਤਿਗੁਰੂ ਨੇ। ਸੁੱਕੇ ਹੋਏ ਹਿਰਦਿਆਂ ਨੂੰ ਪਿਆਰ ਦੇ ਪੱਤਰਾਂ ਦੇ ਨਾਲ ਸ਼ਿੰਗਾਰਿਆ ਸਤਿਗੁਰੂ ਨੇ। ਦਸੇ ਦਿਸ਼ਾਵਾਂ ਦੇ ਵਿੱਚ ਵਰਸਿਆ ਫਿਰ ਸਤਿਗੁਰੂ ਜਦੋਂ ਪਰਮਾਤਮਾ ਉਹਨਾਂ ਨੂੰ ਭੇਜਦਾ। ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ। ਹੁਣ ਕਹਿੰਦੇ ਸ਼ਾਂਤੀਓ ਸ਼ਾਂਤੀ ਹੋ ਗਈ। ਹਰ ਪ੍ਰਕਾਰ ਦੀ ਤ੍ਰਿਸ਼ਨਾ, ਸਭ ਤ੍ਰਿਸ਼ਨਾ, ਹਰ ਪ੍ਰਕਾਰ ਦੀ ਤ੍ਰਿਸ਼ਨਾ ਬੁਝ ਗਈ, ਹਿਰਦੇ ਤੇ ਵਸ ਗਏ। ਆਨੰਦ ਭਇਆ ਸਭ ਠਾਈ ਜੀਓ। ਹੁਣ ਜਿੱਥੇ ਜਾਣਾ ਉੱਥੇ ਆਨੰਦ ਹੀ ਆਨੰਦ ਹੈ। ਨਹੀਂ ਤਾਂ ਆਪਾਂ ਆਮ ਕੀ ਕਰਦੇ ਆ ਨਾ, ਯਾਤਰਾ ਤੇ ਜਾਈਏ, ਹਜ਼ੂਰ ਸਾਹਿਬ ਜਾਈਏ, ਜਾਂ ਪਟਨਾ ਸਾਹਿਬ ਜਾਈਏ, ਜਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਈਏ, ਅਸੀਂ ਨਾ ਉੱਥੇ ਦੁਖੀ ਹੋ ਜਾਣਾ, ਲਓ ਜੀ ਆਹ ਕਮਰਾ ਨਹੀਂ ਮਿਲ ਰਿਹਾ, ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਿੰਨੇ ਭੈੜੇ ਨੇ, ਸਾਨੂੰ ਕਮਰੇ ਨਹੀਂ ਦੇ ਰਹੇ ਪੈਸੇ ਲਏ ਬਗੈਰ। ਅਸੀਂ ਦੁਖੀ ਹੋ ਜਾਂਦੇ ਹਾਂ, ਅਸੀਂ ਦੁਖੀ ਹੋ ਜਾਂਦੇ ਹਾਂ। ਪਰ ਜੇ ਉੱਥੇ ਸਾਡੀ ਮਾਨਸਿਕ ਅਵਸਥਾ ਉੱਚੀ ਹੋਵੇ, ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਸਾਧ ਸੰਗਤ ਜੀ, ਅਸੀਂ ਉੱਥੇ ਦੁਖੀ ਨਹੀਂ ਹੋਵਾਂਗੇ। ਫਿਰ ਅਸੀਂ ਉੱਥੇ ਕਹਾਂਗੇ ਪਰਮਾਤਮਾ 365 ਦਿਨਾਂ ਦੇ ਵਿੱਚੋਂ ਜੇ 360 ਦਿਨ ਸਾਨੂੰ ਵਧੀਆ ਗੱਦਿਆਂ ਦੇ ਉੱਤੇ ਸੋਹਣੇ ਕੰਬਲਾਂ, ਰਜਾਈਆਂ, ਏਸੀਆਂ ਦੇ ਵਿੱਚ ਪਾਉਣਾ, ਜੇ 1-2 ਰਾਤਾਂ ਸਾਨੂੰ ਬਾਹਰ ਬਰਾਂਡਿਆਂ 'ਚ ਕੱਟਣੀਆਂ ਪੈ ਗਈਆਂ, ਫਿਰ ਕਿੱਡਾ ਕੁ ਫਰਕ ਆ ਗਿਆ, ਕਿੱਡਾ ਕੁ ਹਨੇਰਾ ਆ ਗਿਆ। ਫਿਰ ਹੋਏਗਾ ਆਨੰਦ ਭਇਆ ਸਭ ਠਾਈ ਜੀਓ। ਫਿਰ ਇਹ ਸਭ ਥਾਵਾਂ ਤੇ ਆਨੰਦ ਹੋਏਗਾ। ਜੇ ਕਿਤੇ ਭੋਜਨ ਨਹੀਂ ਮਿਲਿਆ, ਅਸੀਂ ਨਾ ਲੰਗਰ ਵਾਲਿਆਂ ਨੂੰ ਕੋਸਣ ਲੱਗ ਜਾਣਾ, ਲਓ ਜੀ ਇਹ ਰੋਟੀਆਂ ਕੱਚੀਆਂ ਨੇ, ਇਹ ਦਾਲ ਵੀ ਚੰਗੀ ਤਰ੍ਹਾਂ ਰਿੱਝੀ ਨਹੀਂ, ਇਹ 'ਚ ਮਿਰਚਾਂ ਹੀ ਮਿਰਚਾਂ ਪਾ ਰੱਖੀਆਂ ਨੇ ਜੀ, ਨੂਣ ਤਾਂ ਪਤਾ ਨਹੀਂ ਉਹੀ ਉਲੱਦਤਾ ਇਹਦੇ ਵਿੱਚ। ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਫਿਰ ਸਾਧ ਸੰਗਤ ਜੀ, ਜੇ ਅਵਸਥਾ ਉੱਚੀ ਹੈ, ਪਰਮਾਤਮਾ ਨਾਲ ਮਨ ਜੁੜਿਆ, ਫਿਰ ਅਸੀਂ ਇਹ ਗੱਲ ਕਹਾਂਗੇ, ਪਰਮਾਤਮਾ ਸਾਰਾ ਸਾਲ ਤੁਸੀਂ ਸਾਨੂੰ ਸਵਾਦੀ ਭੋਜਨ ਬਖਸ਼ਦੇ ਹੋ। ਕਦੀ ਪਨੀਰ, ਕਦੀ ਦਹੀਂ, ਕਦੀ ਘਿਓ ਨਾਲ, ਕਦੇ ਵਧੀਆ ਸਬਜ਼ੀਆਂ, ਦਾਲਾਂ ਤੜਕੇ ਲਾ ਲਾ ਸਾਨੂੰ ਖਵਾਉਂਦੇ ਹੋ। ਇੱਕ ਦਿਨ ਜੇ ਨਹੀਂ ਮਿਲੀ, ਜਾਂ ਸਾਨੂੰ ਕੋਈ ਇੱਦਾਂ ਦੀ ਮਿਲ ਗਈ ਜਿਹੜੀ ਸਾਨੂੰ ਪਸੰਦ ਨਹੀਂ, ਅਸੀਂ ਉਸੇ ਦੀ ਦੁਖੀ ਹੋ ਜਾਂਦੇ ਹਾਂ। ਕਿਉਂਕਿ ਸਾਡੇ ਅੰਦਰ ਅਜੇ ਪਰਮਾਤਮਾ ਦੀ ਕਿਰਪਾ ਦਾ ਮੀਂਹ ਨਹੀਂ ਪਿਆ, ਗੁਰੂ ਦੀ ਕਿਰਪਾ ਦਾ ਮੀਂਹ ਨਹੀਂ ਪਿਆ। ਇਸ ਕਰਕੇ ਤ੍ਰਿਸ਼ਨਾ ਲੱਗੀ ਰਹਿੰਦੀ ਆ। ਫਿਰ ਕਈ ਵਾਰੀ ਸਾਨੂੰ ਨਾ ਲੰਗਰ ਦੇ ਪ੍ਰਸ਼ਾਦੇ ਸਵਾਦ ਨਹੀਂ ਲੱਗਦੇ। ਅਸੀਂ ਹੋਟਲਾਂ ਦੇ ਵਿੱਚ ਜਾ ਕੇ ਉਹ ਸੜੇ ਹੋਏ ਟਮਾਟਰਾਂ ਦੇ ਨਾਲ ਲਾਏ ਹੋਏ ਤੜਕੇ ਵਾਲੀਆਂ ਸਬਜ਼ੀਆਂ, ਬੇਹੀਆਂ ਤੇ ਵਹੀਆਂ, ਉਹ ਖੱਟੇ ਆਟੇ ਦੇ, ਖਮੀਰੇ ਹੋਏ ਆਟੇ ਦੇ ਰੋਟੀਆਂ ਖਾ ਖਾ ਕੇ ਆ ਜੀ ਬੜਾ ਸਵਾਦ ਆ ਗਿਆ ਜੀ, ਨਜ਼ਾਰਾ ਆ ਗਿਆ। ਅਸੀਂ ਉੱਥੇ ਦੇਖੋ, ਜਿੱਥੇ ਦਾ ਗੁਰੂ ਦਾ ਲੰਗਰ ਆ ਉਹਨੂੰ ਤਾਂ ਅਸੀਂ ਹੋਰ ਤਰ੍ਹਾਂ ਨਾਲ ਸੋਚਦੇ ਹਾਂ, ਅਤੇ ਜਿੱਥੇ ਉਹ ਗੰਦ ਮੰਦ ਗਾਣਿਆਂ ਦੀ ਛਾਂ ਹੇਠਾਂ ਪ੍ਰਸ਼ਾਦਾ ਭੋਜਨ ਪੱਕਦਾ, ਉਹਨੂੰ ਅਸੀਂ ਕਹਿੰਦੇ ਹਾਂ ਖਾ ਕੇ ਨਜ਼ਾਰਾ ਆ ਗਿਆ। ਕਿਉਂਕਿ ਅਜੇ ਸਾਡੇ ਹਿਰਦੇ ਦੇ ਉੱਤੇ ਸਤਿਗੁਰੂ, ਬੱਦਲ ਰੂਪੀ ਸਤਿਗੁਰੂ ਨੇ ਉਪਦੇਸ਼ ਰੂਪੀ ਵਰਖਾ ਨਹੀਂ ਕੀਤੀ ਅਜੇ। ਉੱਦਾਂ ਬੇਸ਼ੱਕ ਅਸੀਂ ਰੋਜ਼ ਦੇ ਸਤਸੰਗੀਆਂ, ਰੋਜ਼ ਦੇ ਗੁਰਦੁਆਰੇ ਆਉਣ ਵਾਲਿਆਂ, ਮਨ ਨੂੰ ਅਸੀਂ ਇੰਨਾ ਨੀਵਾਂ ਕੀਤਾ ਹੀ ਨਹੀਂ ਕਿ ਮਹਾਰਾਜ ਸਾਡੇ ਹਿਰਦੇ ਦੇ ਉੱਤੇ ਆ ਕੇ ਵਸ ਪੈਣ। ਸੁਖ ਦਾਤਾ ਦੁੱਖ ਭੰਜਨ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ। ਉਹ ਸੁੱਖਾਂ ਦਾ ਦਾਤਾ ਹੈ, ਹਰ ਪ੍ਰਕਾਰ ਦੇ ਸੁੱਖ ਦਿੰਦਾ ਸਾਧ ਸੰਗਤ ਜੀ। ਉਹ ਜੇ ਅਸੀਂ ਉਹਦੇ ਸੁੱਖਾਂ ਦੀ ਗਿਣਤੀ ਲੱਗ ਜਾਈਏ ਨਾ ਕਰਨ, ਉਹਦੇ ਦਿੱਤੇ ਹੋਏ ਸੁੱਖਾਂ ਦੀ ਗਿਣਤੀ ਕਰਨ ਲੱਗ ਜਾਈਏ, ਸਾਧ ਸੰਗਤ ਜੀ ਅਸੀਂ ਗਿਣ ਨਹੀਂ ਸਕਦੇ। ਪਹਿਲਾਂ ਤਾਂ ਉਸ ਨੇ ਸਾਨੂੰ ਸਰੀਰ ਦੇ ਅੰਗ ਹੀ ਸਾਰੇ ਪੂਰੇ ਦਿੱਤੇ ਨੇ। ਸਾਧ ਸੰਗਤ ਜੀ, ਕਿੰਨੇ ਲੋਕ ਨੇ ਜਿਨ੍ਹਾਂ ਨੂੰ ਸਰੀਰ ਦੇ ਪੂਰੇ ਅੰਗੇ ਨਹੀਂ ਮਿਲੇ ਹੈਗੇ। ਕਿੰਨੇ ਲੋਕ ਨੇ ਸਾਧ ਸੰਗਤ ਜੀ
ਜਿਨ੍ਹਾਂ ਨੂੰ 3 ਪ੍ਰਕਾਰ 2 ਟਾਈਮ ਦੀ ਰੋਟੀ ਵੀ ਨਹੀਂ ਮਿਲਦੀ। ਸਾਧ ਸੰਗਤ ਜੀ, ਕਿੰਨੇ ਲੋਕ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਕੋਲੇ ਆਪਣਾ ਘਰ ਨਹੀਂ ਹੈ। ਸਾਧ ਸੰਗਤ ਜੀ, ਕਿੰਨੇ ਲੋਕ ਨੇ ਇਸ ਸੰਸਾਰ ਦੇ ਵਿੱਚ ਜਿਹੜੇ ਅਨਪੜ੍ਹ ਨੇ। ਕਿੰਨੇ ਲੋਕ ਨੇ ਸਾਧ ਸੰਗਤ ਜੀਓ ਜਿਨ੍ਹਾਂ ਦੇ ਸਿਰ ਤੇ ਕਰਜ਼, ਜਿਨ੍ਹਾਂ ਕੋਲੇ ਬੈਂਕ ਬੈਲੈਂਸ ਨਹੀਂ। ਕਿੰਨੇ ਹੀ ਲੋਕ ਨੇ ਸਾਧ ਸੰਗਤ ਜੀ ਜਿਹੜੇ ਕਿਸੇ ਬਿਮਾਰੀ ਨਾਲ ਗ੍ਰਸੇ ਹੋਏ ਨੇ। ਕਿੰਨੇ ਲੋਕ ਨੇ ਜਿਹੜੇ ਪਾਪਾਂ ਦੀ ਦਲਦਲ 'ਚ ਫਸੇ ਹੋਏ ਨੇ। ਸਾਧ ਸੰਗਤ ਜੀ, ਬੇਅੰਤ ਦੁਨੀਆ ਜਿਹੜੀ ਨਸ਼ਿਆਂ, ਪਾਪਾਂ, ਬਕਾਰਾਂ ਦੇ ਪਾਸੇ ਲੱਗੀ ਹੋਈ ਆ। ਆਪਾਂ ਉਹਦੇ ਸੁੱਖਾਂ ਨੂੰ ਦੇਖੀਏ। ਅਸੀਂ ਪੜ੍ਹੇ ਲਿਖੇ ਵੀ ਹਾਂ, 4 ਛਿੱਲੜ ਸਾਡੇ ਬੈਂਕ ਦੇ ਬੈਲੈਂਸ ਵਿੱਚ ਵੀ ਹੈਗੇ ਨੇ। ਸਾਡੇ ਸਿਰਾਂ ਤੇ ਕਰਜ਼ਾ ਵੀ ਕੋਈ ਨਹੀਂ। ਸਰੀਰ ਦੇ ਅੰਗ ਪੂਰੇ ਮਿਲੇ ਨੇ। ਸਾਡਾ ਪਰਿਵਾਰ ਸੰਪੂਰਨ ਹੈ। ਧੀ ਵੀ ਹੈ, ਪੁੱਤ ਵੀ ਹੈ, ਘਰ ਵਾਲੀ ਵੀ ਹੈ, ਮਾਂ ਬਾਪ, ਭੈਣ ਭਾਈ ਸਾਰੇ ਨੇ। ਸਾਧ ਸੰਗਤ ਜੀ, ਰਾਤ ਨੂੰ ਨੀਂਦ ਵੀ ਬੜੀ ਪਿਆਰੀ ਆਉਂਦੀ ਆ। ਫਿਰ ਭੁੱਖ ਵੀ ਸੋਹਣੀ ਲੱਗਦੀ ਆ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ। ਕਿੰਨੇ ਲੋਕ ਨੇ ਜਿਹੜੇ ਦਵਾਈਆਂ ਖਾ ਖਾ ਜਿਉਂਦੇ ਨੇ ਵਿਚਾਰੇ। ਜੇ ਅਸੀਂ ਗਿਣਤੀ ਲੱਗ ਜਾਈਏ ਨਾ, ਕਾਪੀ ਪੈਨ ਚੱਕ ਕੇ, ਅਸੀਂ ਉਹਦੇ ਸੁੱਖਾਂ ਦੀ ਗਿਣਤੀ ਨਹੀਂ ਕਰ ਸਕਦੇ। ਸਾਧ ਸੰਗਤ ਜੀ, ਹੁਣ ਦੇਖੋ ਆਕਸੀਜਨ ਦੀ ਥੋੜ੍ਹ ਆਈ ਹੋਈ ਹੈ। ਲੋਕ ਕਿਵੇਂ ਤੜਫ ਰਹੇ ਨੇ, ਬਲੈਕ ਦੇ ਵਿੱਚ ਆਕਸੀਜਨ ਖਰੀਦ ਰਹੇ ਨੇ। ਸਾਡਾ ਸਿਸਟਮ ਠੀਕ ਹੈ, ਅਸੀਂ ਦੇਖੋ ਆਕਸੀਜਨ ਫਰੀ 'ਚ ਮਾਣ ਰਹੇ ਹਾਂ। ਕੋਈ ਸਿਲੰਡਰ ਨਹੀਂ ਲਾਉਣਾ ਪੈ ਰਿਹਾ। ਅਸੀਂ ਆਕਸੀਜਨ ਆਰਾਮ ਨਾਲ ਵਰਤ ਰਹੇ ਹਾਂ। ਪਰਮਾਤਮਾ ਨੇ ਦਿੱਤੀ ਹੋਈ ਉਹ ਹੈ ਸੁਖਦਾਤਾ, ਦੁੱਖ ਭੰਜਨ ਹਾਰਾ। ਉਹ ਸਾਰੇ ਪ੍ਰਕਾਰ ਦੇ ਦੁੱਖਾਂ ਨੂੰ ਤੋੜਨ ਵਾਲਾ ਹੈ, ਭਾਵ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਆਪੇ ਬਖਸ਼ ਕਰੇ ਜੀ ਸਾਰਾ। ਉਹ ਆਪਣੀ ਬਖਸ਼ ਕਰਕੇ ਸਾਰੇ ਜੀਵਾਂ ਦੀ ਸਾਂਭ ਸੰਭਾਲ ਆਪ ਕਰਦਾ ਹੈ। ਸਾਰਾ ਸਾਂਭ ਸੰਭਾਲ, ਖਬਰਸਾਰ ਲੈਣੀ, ਸਾਂਭ ਸੰਭਾਲ ਕਰਨੀ। ਉਹ ਆਪਣੇ ਸਾਰੇ ਜੀਆਂ ਤੇ ਬਖਸ਼ਿਸ਼ ਕਰਕੇ ਸਭ ਨੂੰ ਭੋਜਨ ਦਿੰਦਾ ਹੈ, ਨੀਂਦ ਦਿੰਦਾ ਹੈ। ਆਪੋ ਆਪਣੇ ਆਲ ਨੇ ਉਹਨੇ ਦਿੱਤੇ ਹੋਏ ਨੇ ਸਭ ਨੂੰ ਆਰਾਮ ਕਰਨ ਵਾਸਤੇ। ਆਪੇ ਆਪਣੇ ਕੀਤੇ ਨੂੰ ਆਪ ਭਰਤ ਪਾਲੇ, ਪੈ ਪੈਰੀ ਤਸੈ ਮਨਾਈ ਜੀਓ। ਉਹ ਆਪਣੇ ਬਣਾਏ ਹੋਏ ਜੀਵਾਂ ਦੀ ਪਾਲਣਾ ਚੰਗੀ ਤਰ੍ਹਾਂ ਆਪੇ ਕਰ ਰਿਹਾ। ਸਾਧ ਸੰਗਤ ਜੀਓ, ਆਪਾਂ ਨਿਗਾਹ ਮਾਰੀਏ, ਅਸੀਂ ਆਪਣੇ ਆਪ ਕੁਛ ਨਹੀਂ ਕਰ ਰਹੇ। ਕਈ ਵਾਰੀ ਪ੍ਰਸ਼ਾਦਾ ਪਾਣੀ ਘਰੇ ਤਿਆਰ ਹੁੰਦਾ ਹੈ, ਘਰੋਂ ਆਵਾਜ਼ ਆਉਂਦੀ ਹੈ ਜੀ ਆ ਪ੍ਰਸ਼ਾਦਾ ਛਕ ਲੈਂਦੇ, ਬ੍ਰੇਕਫਾਸਟ ਕਰ ਲੈਂਦੇ। ਆਮ ਕਰਕੇ ਕਦੇ ਕਦੇ ਹੁੰਦਾ ਜੀ 1 ਮਿੰਟ ਅਖਬਾਰ ਰਹਿ ਗਿਆ, ਥੋੜ੍ਹਾ ਜਿਹਾ ਪੜ੍ਹ ਲਈਏ ਫਿਰ ਖਾਂਦੇ ਹਾਂ। ਐਨੇ ਨੂੰ ਕੋਈ ਭੈਣ ਭਾਈ ਆ ਗਿਆ, ਚਾਹ ਪਾਣੀ ਪੀ ਲਿਆ, ਭੁੱਖ ਮਰ ਗਈ। ਐਨੇ ਨੂੰ ਕੋਈ ਕੰਮ ਨਿਕਲ ਆਇਆ, ਸਾਰਾ ਦਿਨ ਭੁੱਖੇ ਦਾ ਟੱਪ ਜਾਂਦਾ। ਰੋਟੀ ਘਰ ਤਿਆਰ ਹੈ, ਸਾਰਾ ਕੁਝ ਤਿਆਰ ਹੈ। ਕਈ ਵਾਰੀ ਇਹ ਤਾਂ ਰੋਟੀ ਪਾਣੀ ਦੀ ਗੱਲ ਹੋ ਗਈ। ਕਈ ਵਾਰੀ ਆਪਾਂ ਸੋਚਦੇ ਹਾਂ ਯਾਰ ਅੱਜ ਵੱਡਾ ਦਿਨ ਹੈ, ਕੋਈ ਗੁਰਪੁਰਬ ਹੈ, ਅੱਜ ਘਰੇ ਸ਼ਾਂਤੀ ਰੱਖਣੀ ਹੈ। ਆਪਾਂ ਬੜਾ ਸੰਭਲ ਕੇ ਬੋਲਦੇ ਹਾਂ, ਬੜਾ ਸੰਭਲ ਕੇ ਚੱਲਦੇ ਹਾਂ। ਫਿਰ ਵੀ ਘਰੇ ਕਲਾ ਕਲੇਸ਼ ਖੜਾ ਹੋ ਜਾਂਦਾ ਬਿਨਾਂ ਕਿਸੇ ਗੱਲ ਤੋਂ। ਐਨ ਹਾਸੀ ਮਖੌਲ 'ਚ ਕਿਸੇ ਚੰਗੀ ਗੱਲ ਤੋਂ ਹੀ ਕਲਾ ਕਲੇਸ਼ ਖੜਾ ਹੋ ਜਾਂਦਾ। ਉਹ ਰੋਟੀ ਪਾਣੀਓ ਕਈ ਵਾਰੀ ਫਿਰ ਖਾਣ ਨੂੰ ਦਿਲ ਨਹੀਂ ਕਰਦਾ। ਪਰ ਪਰਮਾਤਮਾ ਕੀ ਕਰਦਾ, ਜਿੰਨੇ ਉਹਨੇ ਜੀਅ ਬਣਾਏ ਨੇ। ਕੱਲ ਵੀ ਬਾਬਾ ਜੀ ਆਪਾਂ ਨੂੰ ਦੱਸ ਰਹੇ ਸੀ, ਜਿਹੜੇ ਤਾਂ ਪਰਮਾਤਮਾ ਤੇ ਨਿਰਭਰ ਨੇ ਉਹਨਾਂ ਨੂੰ ਤਾਂ ਉਹ ਬਹੁਤ ਧਿਆਨ ਰੱਖਦਾ। ਜਿਵੇਂ ਤੁਸੀਂ ਆਪਣੇ ਲਾਨ ਦੇ ਵਿੱਚ ਘਾਹ ਲਾਇਆ ਹੋਇਆ, ਤੁਸੀਂ ਉਹਦੇ ਵਿੱਚ ਯੂਰੀਆ ਵੀ ਪਾਉਂਦੇ ਹੋ, ਗੋਹੇ ਦੀ ਖਾਦ ਵੀ ਪਾਉਂਦੇ ਹੋ, ਸਿਉਂਕ ਦੀ ਦਵਾਈ ਵੀ ਪਾਉਂਦੇ ਹੋ, ਮਾਲੀ ਵੀ ਲਾਇਆ ਹੋਇਆ, ਉਹਦੀ ਸਾਂਭ ਸੰਭਾਲ ਵਾਸਤੇ ਮੌਕੇ 'ਤੇ ਕੱਟਦਾ ਵੀ ਹੈ। ਪਰ ਤੁਸੀਂ ਧਿਆਨ ਰੱਖਿਓ, ਜਿਹੜਾ ਤੁਹਾਡੀ ਗਲੀ ਦੇ ਵਿੱਚ ਕੱਚੀ ਥਾਂ ਹੈ, ਉੱਥੇ ਜਿਹੜਾ ਦੇਸੀ ਖੱਬਲ ਹੈ ਉਹ ਕਿਤੇ ਵੱਧ ਠਾਠਾ ਮਾਰ ਰਿਹਾ ਹੁੰਦਾ ਤੁਹਾਡੇ ਅੰਦਰ ਲਾਏ ਹੋਏ ਘਾਹ ਨਾਲੋਂ। ਤੁਸੀਂ ਇੰਨਾ ਕੁਛ ਕਰਦੇ ਹੋ, ਉਹ ਫਿਰ ਵੀ ਜਿਹੜਾ ਬਾਹਰਲਾ ਉਹ ਫਕਾਰੇ ਮਾਰ ਰਿਹਾ ਹੁੰਦਾ ਘਾਹ। ਕਿਉਂ? ਕਿਉਂਕਿ ਪਰਮਾਤਮਾ 'ਤੇ ਨਿਰਭਰ ਹੈ। ਜਿਹੜਾ ਤੁਹਾਡੇ ਅੰਦਰ ਵਾਲਾ ਘਾਹ ਹੈ ਉਹ ਤੁਹਾਡੇ 'ਤੇ ਨਿਰਭਰ ਹੈ।
ਤੁਸੀਂ ਕੁੱਤਾ ਪਾਲਿਆ ਹੋਇਆ, ਉਹਨੂੰ ਚੰਗੇ ਬਿਸਕੁਟ ਖਵਾਉਂਦੇ ਹੋ, ਕਈ ਵਾਰੀ ਉਹਨੂੰ ਲਿਆ ਕੇ ਕਸਾਈ ਦੀ ਦੁਕਾਨ ਤੋਂ ਮੀਟ ਵੀ ਖਵਾਉਂਦੇ ਹੋ, ਦੁੱਧ ਹੱਡੀਆਂ ਉਹ ਪਤਾ ਨਹੀਂ ਕਿਹੜੇ ਕਿਹੜੇ ਖੁਰਾਕਾਂ ਉਹਨੂੰ ਦਿੰਦੇ ਹੋ। ਪਰ ਜਿਹੜਾ ਗਲੀ ਦਾ ਲੰਡਰ ਕੁੱਤਾ ਨਾ, ਜਿਹਨੂੰ ਕਿਤੇ ਕਿਤੇ ਰੋਟੀ ਮਿਲਦੀ ਆ, ਦੁਰਕਾਰਾਂ ਹੀ ਜ਼ਿਆਦਾ ਪੈਂਦੀਆਂ ਨੇ, ਕਈ ਵਾਰੀ ਤੁਹਾਡੇ ਕੁੱਤੇ ਨੂੰ ਉਹ ਢਾਹ ਲੈਂਦਾ ਗਲੀ 'ਚ। ਉਹ ਤਕੜਾ ਕਿਉਂ? ਕਿਉਂਕਿ ਪਰਮਾਤਮਾ ਤੇ ਨਿਰਭਰ ਹੈ। ਸਾਧ ਸੰਗਤ ਜੀ, ਉਹ ਪਰਮਾਤਮਾ ਤੇ ਨਿਰਭਰ ਹੈ। ਪਰਮਾਤਮਾ ਦਾ ਖਾ ਕੇ, ਵਾਧੂ ਘਾਟੂ ਖਾ ਕੇ ਫਿਰ ਵੀ ਸ਼ੁਕਰਾਨਾ ਕਰਦਾ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜੰਨਾ ਵਾਸ, ਕੰਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਉਹ ਥੋੜ੍ਹੀ ਬਹੁਤੀ ਖਾ ਕੇ ਵੀ ਸ਼ੁਕਰਾਨਾ ਕਰਦੇ ਨੇ। ਅਸੀਂ ਅਤੇ ਸਾਡੇ ਗੁਲਾਮ ਬਣਾਏ ਹੋਏ ਜੀਵ, ਉਹ ਜ਼ਿਆਦਾ ਖਾ ਕੇ ਵੀ ਸਬਰ ਨਹੀਂ ਕਰਦੇ, ਸੰਤੋਖ ਨਹੀਂ ਹੁੰਦਾ, ਕਿਉਂਕਿ ਸਾਡੀ ਸੰਗਤ ਕਰਦੇ ਨੇ, ਸਾਡੇ 'ਚ ਸੰਤੋਸ਼ ਨਹੀਂ ਹੈ। ਉਹ ਕਹਿੰਦੇ ਆਪਣੇ ਬਣਾਏ ਹੋਏ ਜੀਵਾਂ ਨੂੰ ਆਪ ਚੰਗੀ ਤਰ੍ਹਾਂ ਪਾਲਦਾ। ਇਸ ਕਾਰਨ ਪੈ ਪੈਰੀ ਤੇ ਸਹਿ ਮਨਾਈ ਜੀਓ। ਮੈਂ ਉਹਦੇ ਪੈਰੀਂ ਪੈ ਕੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਮਨਾਉਣ ਦਾ ਯਤਨ ਕਰਦਾ। ਪਰਮਾਤਮਾ ਜੀ ਮੇਰੇ 'ਤੇ ਵੀ ਮੰਨ ਜਾਓ। ਜਿੱਥੇ ਤੁਸੀਂ ਭੋਜਨ ਦੀ ਦਾਤ ਦਿੰਦੇ ਹੋ, ਉੱਥੇ ਭਜਨ ਬੰਦਗੀ ਦੀ ਦਾਤ ਵੀ ਬਖਸ਼ਿਸ਼ ਕਰੋ। ਜਿੱਥੇ ਤੁਸੀਂ ਰਾਤ ਨੂੰ ਨੀਂਦਰਾਂ ਦਿੰਦੇ ਹੋ ਸਤਿਗੁਰੂ ਜੀਓ, ਉੱਥੇ ਅੰਮ੍ਰਿਤ ਵੇਲੇ ਦੇ ਜਾਗਣੇ ਉੱਠਣ ਦਾ ਉਦਮ ਪ੍ਰਸਾਰਥ ਵੀ ਸਾਡੀ ਝੋਲੀ ਪਾਓ। ਮੇਰੇ ਪ੍ਰੀਤਮਾ, ਜਿੱਥੇ ਏਸੀਆਂ ਦੇ ਸੁੱਖ ਦਿੰਦੇ ਹੋ, ਉੱਥੇ ਅੰਮ੍ਰਿਤ ਵੇਲੇ ਦੇ ਇਸ਼ਨਾਨ ਸੋਧਣ ਦੀ ਹਿੰਮਤ, ਤਾਕਤ, ਸਮਰੱਥਾ ਸਾਨੂੰ ਬਖਸ਼ੋ ਜੀ। ਜਿੱਥੇ ਸਾਰਾ ਦਿਨ ਅਸੀਂ ਮੋਬਾਈਲਾਂ 'ਤੇ, ਫੋਨਾਂ 'ਤੇ ਸਾਰਾ ਦਿਨ ਗੱਲਾਂ ਕਰਦੇ ਹਾਂ, ਆਪਣਾ ਟਾਈਮ ਕਤਲ ਕਰਦੇ ਹਾਂ, ਉੱਥੇ ਮਹਾਰਾਜ ਸਾਡਾ ਸਮਾਂ ਸਾਰਥਕ ਕਰੋ, ਸਾਨੂੰ ਭਜਨ ਬੰਦਗੀ ਵਾਲੇ ਪਾਸੇ ਲਾਓ। ਇਸ ਗੱਲ ਪਿੱਛੇ ਮਨਾ ਰਹੇ ਹਾਂ ਕਿ ਮੰਨ ਜੋ ਮਹਾਰਾਜ ਹੁਣ। ਜਾ ਕੀ ਸ਼ਰਨ ਪਿਆ ਗਤ ਪਾਈਐ, ਸਾਸ ਸਾਸ ਹਰ ਨਾਮ ਧਿਆਈਐ। ਕਹਿੰਦੇ ਜਿਹੜੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਿਆ ਤੋਂ ਉੱਚੀ ਆਤਮਿਕ ਅਵਸਥਾ ਮਿਲਦੀ ਹੈ ਜਾਂ ਗਤੀ ਮਿਲਦੀ ਹੈ। ਗਤੀ ਦੇ ਦੋ ਅਰਥ ਨੇ, ਇੱਕ ਤਾਂ ਮਰਨ ਤੋਂ ਬਾਅਦ ਮੁਕਤੀ ਹੈ, ਇੱਕ ਇੱਥੇ ਹੁੰਦਾ ਗਤੀ ਦੀ ਮਤਲਬ ਇੱਥੇ ਉੱਚੀ ਆਤਮਿਕ ਅਵਸਥਾ। ਜਿਹਦੀ ਸ਼ਰਨ ਪਿਆ, ਦੋ ਚੀਜ਼ਾਂ ਮਿਲ ਜਾਂਦੀਆਂ ਨੇ ਸਾਧ ਸੰਗਤ ਜੀ। ਪਰਮਾਤਮਾ ਦੀ ਸ਼ਰਨ 'ਚ ਪਿਆ, ਇੱਥੇ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ, ਅੱਗੇ ਜਨਮ ਮਰਨ ਤੋਂ ਮੁਕਤੀ ਮਿਲ ਜਾਂਦੀ ਹੈ। ਕਿਉਂਕਿ ਜਦੋਂ ਇੱਥੇ ਸਾਨੂੰ ਉੱਚੀ ਆਤਮਿਕ ਅਵਸਥਾ ਮਿਲ ਗਈ, ਉਹਦੇ ਪਾਪਾਂ ਬਕਾਰਾਂ ਤੋਂ ਸਾਡਾ ਖਹਿੜਾ ਛੁੱਟ ਜਾਂਦਾ। ਜਦੋਂ ਪਾਪਾਂ ਬਕਾਰਾਂ ਤੋਂ ਖਹਿੜਾ ਛੁੱਟ ਗਿਆ, ਬ੍ਰਹਮ ਗਿਆਨ ਹੋ ਗਿਆ, ਫਿਰ ਜੰਮਣ ਮਰਨਾ ਆਪਣੇ ਆਪ ਹੀ ਮੁੱਕ ਗਿਆ ਸਾਡਾ। ਕਦੇ ਜਿਹਦੀ ਸ਼ਰਨ ਪਿਆ ਤੋਂ ਗਤੀ ਦੀ ਪ੍ਰਾਪਤੀ ਹੁੰਦੀ ਹੈ, ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਇਹੋ ਜਿਹੇ ਪਰਮਾਤਮਾ ਦਾ ਤਾਂ ਕਹਿੰਦੇ ਸਵਾਸ ਸਵਾਸ ਹਰ ਸਾਸ ਸਾਸ ਹਰ ਨਾਮ ਧਿਆਈ ਹੈ। ਕਹਿੰਦੇ ਫਿਰ ਉਹ ਪਰਮਾਤਮਾ ਦਾ ਨਾਮ ਤਾਂ ਸਾਸ ਸਾਸ ਤੇ ਹੋਣਾ ਚਾਹੀਦਾ। ਜਿਹਦੀ ਇੰਨੀ ਮਿਹਰ ਆ ਸਾਡੇ 'ਤੇ, ਜਿਹਦੀ ਇੰਨੀ ਸਾਡੇ 'ਤੇ ਕਿਰਪਾ ਹੈ, ਅਸੀਂ ਸਾਸ ਸਾਸ ਵੀ ਉਹਦਾ ਨਾਮ ਜਪੀਏ ਨਾ ਤਾਂ ਵੀ ਥੋੜ੍ਹਾ ਸਾਧ ਸੰਗਤ ਜੀ, ਤਾਂ ਵੀ ਥੋੜ੍ਹਾ। ਕਿਉਂਕਿ ਜਿਹੜੇ ਉਹਨੇ ਸਾਨੂੰ ਅੰਗ ਦਿੱਤੇ ਨੇ, ਇਹਨਾਂ ਦੀ ਬਾਜ਼ਾਰ ਦੇ ਵਿੱਚ ਕੋਈ ਕੀਮਤ ਨਹੀਂ ਹੈ। ਕਿਸੇ ਅੰਨੇ ਬੰਦੇ ਨੂੰ ਪੁੱਛ ਕੇ ਦੇਖੀਏ ਸਾਧ ਸੰਗਤ ਜੀ, ਉਹਦੇ ਜ਼ਿੰਦਗੀ ਦੇ ਵਿੱਚ ਰੰਗਾਂ ਦੀ ਦੁਨੀਆ ਮਰਫੀ ਹੈ। ਉਹਦੇ ਲਈ ਤਾਂ ਸਾਰਾ ਹਨੇਰੇ ਹੀ ਹਨੇਰਾ। ਕਿਉਂਕਿ ਚਾਨਣ ਨੂੰ ਦੇਖਣ ਵਾਸਤੇ ਵੀ ਤਾਂ ਅੱਖਾਂ ਦੇ ਵਿੱਚ ਜੋਤ ਚਾਹੀਦੀ ਹੈ ਨਾ। ਜੇ ਸਾਡੀਆਂ ਅੱਖਾਂ 'ਚ ਜੋਤ ਹੀ ਨਹੀਂ, ਸਾਨੂੰ ਚੜ੍ਹਿਆ ਹੋਇਆ ਸੂਰਜ ਵੀ ਦਿਖਾਈ ਨਹੀਂ ਦੇਵੇਗਾ। ਹਨੇਰਾ ਦੇਖਣ ਵਾਸਤੇ ਵੀ ਸਾਡੀਆਂ ਅੱਖਾਂ ਦੇ ਵਿੱਚ ਜੋਤ ਚਾਹੀਦੀ ਆ। ਕਿ ਉਹਦੀਆਂ ਬਥੇਰੀਆਂ ਦਾਤਾਂ ਸਾਡੇ ਕੋਲੇ ਨੇ, ਅਣਗਿਣਤ ਸਮਸਤ ਦਾਤਾਂ ਨੇ ਉਹਦੀਆਂ। ਇਸ ਕਰਕੇ ਕਹਿੰਦੇ ਉਹਦਾ ਨਾਮ ਮਤਲਬ ਇਕੱਲਾ ਜਪਣਾ ਨਹੀਂ, ਧਿਆਉਣਾ, ਜੋੜਨਾ। ਧਿਆਉਣ ਦਾ ਮਤਲਬ ਹੁੰਦਾ ਬਿਲਕੁਲ ਇੱਕ ਚਿੱਤ ਹੋ ਕੇ ਵਾਹਿਗੁਰੂ 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 ਧਿਆਈਏ। ਧਿਆਈਏ ਭਾਵ ਜੋ ਅਸੀਂ ਬੋਲਿਆ ਅਸੀਂ ਉਹਨੂੰ ਆਪਣੇ ਕੰਨਾਂ ਨਾਲ ਸੁਣੀਏ, ਫਿਰ ਸਾਡਾ ਧਿਆਨ ਟਿਕਦਾ। ਜਦੋਂ ਅਸੀਂ ਬੋਲਦੇ ਹਾਂ ਆਪਣੇ ਘਰ ਅੰਮ੍ਰਿਤ ਵੇਲੇ ਬੈਠ ਕੇ ਨਾਮ ਜਪਦੇ ਹਾਂ, ਤਾਂ ਉਨੀ ਇੱਕ ਹਲਕੀ ਜਿਹੀ ਆਵਾਜ਼ ਕੱਢ ਲਓ ਜਿਹੜੀ ਦੂਜੇ ਪਰਿਵਾਰ ਦੇ ਮੈਂਬਰ ਨੂੰ ਡਿਸਟਰਬ ਨਾ ਕਰੇ, ਤੇ ਉਹਨੇ ਕਿ ਜਿਹੜੇ ਆਪਣੇ ਕੰਨਾਂ ਨੂੰ ਸੁਣੀ ਜਾਵੇ, ਮਿੱਠੀ ਮਿੱਠੀ ਝੀਣੀ ਆਵਾਜ਼। ਉਹਦੇ ਰਾਹੀਂ ਅਸੀਂ ਬੋਲੀਏ ਵਾਹਿਗੁਰੂ ਤੇ ਸੁਣੀਏ ਵੀ ਵਾਹਿਗੁਰੂ। ਇਹ ਨਹੀਂ ਮੂੰਹ ਨਾਲ ਵਾਹਿਗੁਰੂ ਬੋਲ ਰਹੇ ਹਾਂ ਤੇ ਫਿਰ ਬਾਜ਼ਾਰ ਦੇ ਵਿੱਚ ਅਸੀਂ ਖਰੀਦੋ ਫਰੋਖਤ ਕਰ ਰਹੇ ਹਾਂ,
ਉਹਨੂੰ ਤਾਂ ਸਿਰਫ ਉਹ ਜਾਪ ਹੋ ਜਾਏਗਾ, ਧਿਆਉਣਾ ਨਹੀਂ ਹੋਏਗਾ। ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਸਭ ਤਿਸੈ ਕੀਆ ਜਾਈ ਜਿਉ। ਉਸ ਤੋਂ ਬਗੈਰ ਹੋਰ ਕੋਈ ਦੂਜਾ ਮਾਲਕ ਹੈ ਹੀ ਨਹੀਂ। ਉਹ ਤੋਂ ਬਗੈਰ ਕੋਈ ਐਸਾ ਸਮਰੱਥ ਦਾਤਾ ਹੋਰ ਕੋਈ ਹੈ ਹੀ ਨਹੀਂ। ਸਾਰੀਆਂ ਥਾਵਾਂ ਉਸੇ ਨਹੀਂ ਬਣਾਈਆਂ ਨੇ, ਸਾਰੀਆਂ ਜਗ੍ਹਾ ਉਸੇ ਨਹੀਂ ਬਣਾਈਆਂ ਨੇ। ਸਾਧ ਸੰਗਤ ਜਗ੍ਹਾ ਕੋਈ ਮਾੜੀ ਨਹੀਂ ਹੁੰਦੀ। ਪੁਰਾਤਨ ਜ਼ਮਾਨੇ ਦੇ ਵਿੱਚ ਕਿਹਾ ਜਾਂਦਾ ਸੀ ਕਿ ਮਗਹਰ ਦੀ ਧਰਤੀ ਭਾਰੀ ਹੈ, ਉੱਥੇ ਪ੍ਰਾਣ ਤਿਆਗਣ ਵਾਲਾ ਬੰਦਾ ਗਧੇ ਦੀ ਜੂਨ 'ਚ ਪੈਂਦਾ। ਕਾਸ਼ੀ ਦੇ ਵਿੱਚ ਮਰਨ ਵਾਲਾ ਬੰਦਾ ਸਿੱਧਾ ਸਵਰਗ ਨੂੰ ਜਾਂਦਾ। ਬਾਬਾ ਕਬੀਰ ਜੀ ਕਾਸ਼ੀ ਦੇ ਵਾਸੀ ਮਰਨ ਵੇਲੇ ਮਗਹਰ ਗਏ। ਉਹ ਕਹਿੰਦੇ ਜੇ ਕਾਸ਼ੀ ਜਾ ਕੇ ਸਵਰਗ ਨੂੰ ਜਾਈਏ ਤਾਂ ਫਿਰ ਰੱਬ ਦੀ ਕੀ ਕਿਰਪਾ ਹੋਈ, ਫਿਰ ਤਾਂ ਇੱਥੇ ਮਰੇ ਸਿੱਧੇ ਸਵਰਗ ਨੂੰ ਚਲੇ ਗਏ। ਸਾਰੀ ਉਮਰ ਪਾਪ ਕਰਦੇ ਰਹੇ, ਮਰਨ ਵੇਲੇ ਕਾਸ਼ੀ ਆ ਗਏ ਤੇ ਅਸੀਂ ਸਵਰਗ ਨੂੰ ਪਹੁੰਚ ਗਏ। ਫਿਰ ਤਾਂ ਰਮਈਏ ਕਹਾਣ ਹੋ ਰਹਾ ਤਾਂ ਫਿਰ ਰਮਈਏ ਤਾਂ ਕੋਈ ਕਿਰਪਾ ਹੋਈ ਹੋ ਨਾ। ਦੇਖੋ ਇੱਕ ਸਾਧੂ ਸੰਤ ਹੈ, ਤੋਤਾ ਉਹਦਾ ਭੁੱਖ ਹੈ। ਉਹ ਗਿਆ ਭੋਜਨ ਦੀ ਭਾਲ ਦੇ ਵਿੱਚ। ਇੱਕ ਘਰ ਦੇ ਵਿੱਚ ਦੀਵਾ ਮੱਚ ਰਿਹਾ, ਮੀਂਹ ਮੂਸਲੇ ਧਾਰ ਪੈ ਰਿਹਾ, ਸਰਦੀਆਂ ਦੇ ਦਿਨ ਨੇ। ਕੱਪੜੇ ਸਾਧੂ ਦੇ ਗੁੜਚ ਹੋ ਗਏ। ਜਾ ਕੇ ਅਲੱਖ ਜਗਾਈ ਹੈ, ਦਸਤਕ ਦਿੱਤੀ ਹੈ ਦਰਵਾਜ਼ੇ ਦੇ ਉੱਤੇ। ਅੱਧਰੋਂ ਬੀਬੀ ਨਿਕਲੀ ਆ, ਹਾ ਭਾਵ ਉਹਦੇ ਹੋਰ ਤਰ੍ਹਾਂ ਦੇ ਨੇ, ਹਾਰ ਸ਼ਿੰਗਾਰ ਹੋਰ ਤਰ੍ਹਾਂ ਦੇ ਨੇ। ਸਾਧੂ ਨੂੰ ਸਮਝਣ ਦਿਆਂ ਦੇਰ ਨਾ ਲੱਗੀ ਕਿ ਇਹ ਦੁਆਰਾ ਹੋਰ ਤਰ੍ਹਾਂ ਦਾ। ਪਰ ਸਾਧ ਸੰਗਤ ਜੀ ਸਾਧੂ ਬੰਦਗੀ ਵਾਲਾ ਸੀ। ਸਾਧੂ ਦੇ ਰੋਮ ਰੋਮ 'ਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਸੀ। ਉਹਨੇ ਬੇਸਵਾ ਦੁਆਰੇ ਨੂੰ ਹੀ ਮੰਦਰ ਬਣਾ ਕੇ ਰੱਖਤਾ। ਉਹਨੇ ਕਿਹਾ ਧੀਏ ਭੁੱਖ ਲੱਗੀ ਹੈ, ਮੈਂ ਤਾਂ ਔਖਾ ਸੌਖਾ ਸਾਰ ਲਾਂਗਾ, ਪਰ ਮੇਰੇ ਤੋਤੇ ਨੂੰ 3 ਦਿਨ ਹੋ ਗਏ ਭੋਜਨ ਨਹੀਂ ਖਾਧਾ, ਇਹਨੇ ਮਰ ਜਾਣਾ। ਉਹਨੇ ਜਦੋਂ ਧੀ ਕਿਹਾ ਤਾਂ ਉਹ ਕਹਿੰਦੀ ਸਾਨੂੰ ਤਾਂ ਇਹੋ ਜਿਹਾ ਲਫ਼ਜ਼ ਕਿਸੇ ਨੇ ਵਰਤੇ ਨਹੀਂ ਹੈਗਾ, ਸਾਨੂੰ ਤਾਂ ਬੜੇ ਗੰਦੇ ਸੰਬੋਧਨ ਨਾਲ ਲੋਕ ਸੰਬੋਧਨ ਕਰਦੇ ਨੇ। ਇਹ ਧੀ ਕਹਿਣ ਵਾਲਾ ਪਹਿਲੀ ਵਾਰ ਬੰਦਾ ਆਇਆ ਕੋਈ। ਭੋਜਨ ਤਿਆਰ ਕੀਤਾ, ਸਾਧੂ ਨੂੰ ਸੁੱਕੇ ਕੱਪੜੇ ਦਿੱਤੇ ਨੇ। ਸਾਰੀ ਰਾਤ ਪਰਮਾਤਮਾ ਦੀ ਸਿਫਤ ਸਲਾਹ ਹੋਈ ਹੈ ਤੇ ਉਹ ਬੇਸਵਾ ਬੀਬੀ ਨੂੰ ਗਣਕਾ ਪਾਪਣ ਨੂੰ ਦੇਵੀ ਬਣਾ ਕੇ ਤੁਰ ਗਿਆ ਇੱਕ ਰਾਤ ਦੇ ਵਿੱਚ ਹੀ। ਸਾਧੂ ਮੇਰੇ ਵਰਗਾ ਬਾਸ਼ਨਾ ਦਾ ਭਰਿਆ ਹੋਇਆ ਬੰਦਾ ਕਿਸੇ ਦੇਵੀ ਕੋਲੇ ਬੈਠ ਜੇ ਨਾ, ਉਹਨੂੰ ਵੀ ਗਣਕਾ ਬਣਾ ਕੇ ਆ ਜਾਊਗਾ, ਉਹਨੂੰ ਵੀ ਬੇਸਵਾ ਬਣਾ ਕੇ ਆ ਜਾਊਗਾ। ਸਾਧ ਸੰਗਤ ਜੀ ਥਾਂ ਦੀ ਸਾਡੇ ਦੁਨਿਆਵੀ ਬੰਦਿਆਂ ਵਾਸਤੇ ਤਾਂ ਕੋਈ ਮਹਾਨਤਾ ਹੋ ਸਕਦੀ ਹੈ ਉੱਚੀ ਨੀਵੀਂ, ਕੋਈ ਸਾਧੂਆਂ ਸੰਤਾਂ ਬ੍ਰਹਮ ਗਿਆਨੀਆਂ ਵਾਸਤੇ ਤਾਂ ਸਾਰੀਆਂ ਜਗ੍ਹਾ ਉਹਦੀਆਂ ਨੇ। ਜਿੱਥੇ ਉਹ ਜਾਂਦੇ ਨੇ ਉਹ ਹਰੇਕ ਥਾਂ ਨੂੰ ਪਵਿੱਤਰ ਕਰ ਦਿੰਦੇ ਨੇ। ਆਮ ਆਪਾਂ ਸੌਖੀ ਬੋਲੀ ਦੇ ਵਿੱਚ ਗਾਉਂਦੇ ਹਾਂ, ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ। ਦਮਦਮਾ ਸਾਹਿਬ ਦੇ ਮਤਲਬ ਸਾਬੋ ਕੀ ਤਲਵੰਡੀ ਦੇ ਟਿੱਬਿਆਂ ਵਿੱਚ ਸਤਿਗੁਰੂ ਜਾ ਬੈਠੇ, ਭਾਗ ਲਾਤੇ, ਰੌਣਕਾਂ ਲਾਤੀਆਂ। ਮੇਰੇ ਗਰੀਬ ਨਿਵਾਜ ਸਤਿਗੁਰੂ ਅੱਗੇ ਕਹਿੰਦੇ ਉਹ ਤੋਂ ਬਗੈਰ ਹੋਰ ਕੋਈ ਨਹੀਂ, ਸਾਰੀਆਂ ਥਾਵਾਂ ਉਹਦੀਆਂ ਬਣਾਈਆਂ ਹੋਈਆਂ ਨੇ। ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹਿਰਾ। ਨਾਨਕ ਦਾਸ ਕਹੈ ਬੇਨੰਤੀ, 8 ਪਹਿਰ ਤੁਧ ਧਿਆਈ ਜੀਓ। हे ਪਰਮਾਤਮਾ ਜੀ, ਇਹ ਮੇਰਾ ਮਾਣ ਹੈ, ਇਹ ਮੇਰਾ ਮਾਣ ਨਹੀਂ, ਇਹ ਤੇਰੀ ਦਿੱਤਾ ਹੋਇਆ ਮਾਣ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣਾ ਮੇਰਾ। ਮੇਰੇ ਵਰਗੇ ਨੂੰ ਸਤਿਗੁਰੂ ਕਿਹਨੇ ਜਾਣਨਾ ਹੈ? ਮੇਰੇ ਵਰਗੇ ਦਾ 3300 ਉਰੇ ਲਗਾਉੜ ਫਿਰਦੀ ਆ, ਮੇਰੇ ਵਰਗੇ ਨੂੰ ਕਿਹਨੇ ਜਾਣਨਾ? ਜੇ ਕੋਈ ਮੇਰੇ ਗਲ 'ਚ ਸਰੋਪਾ ਪਾਉਂਦਾ ਹੈ, ਜੇ ਕੋਈ ਮੈਨੂੰ ਦੇਖ ਕੇ ਜਕਾਰੇ ਛੱਡਦਾ ਹੈ, ਕੋਈ ਮੈਨੂੰ ਫਤਿਹ ਬੁਲਾਉਂਦਾ ਹੈ, ਕੋਈ ਮੇਰਾ ਸਤਿਕਾਰ ਕਰਦਾ ਹੈ, ਸਾਧ ਸੰਗਤ ਜੋ ਮੇਰਾ ਸਤਿਕਾਰ ਨਹੀਂ ਹੈ, ਉਹ ਪਰਮਾਤਮਾ ਦੀ ਦਿੱਤੀ ਹੋਈ ਵਡਿਆਈ ਹੈ, ਉਹ ਪਰਮਾਤਮਾ ਦਾ ਹੀ ਮਾਣ ਹੈ। ਤਾਣ ਪ੍ਰਭ ਤੇਰਾ। ਮਹਾਰਾਜ ਅਸੀਂ ਸਾਧ ਸੰਗਤ ਦੇ ਵਿੱਚ ਆਏ ਹਾਂ ਤਾਂ ਤੇਰੇ ਤਾਣ ਕਰਕੇ ਆਏ ਹਾਂ। ਜੇ ਅਸੀਂ ਨਿਤਨੇਮੀ ਹਾਂ ਤਾਂ ਤੇਰੇ ਤਾਣ ਕਰਕੇ ਨਿਤਨੇਮੀ ਹਾਂ। ਜੇ ਅਸੀਂ ਪਾਪਾਂ ਵਿਕਾਰਾਂ ਤੋਂ ਬਚੇ ਹੋਏ ਹਾਂ ਤਾਂ ਅਸੀਂ ਤੇਰੇ ਤਾਣ ਕਰਕੇ ਪਾਪਾਂ ਵਿਕਾਰਾਂ ਤੋਂ ਬਚੇ ਹੋਏ ਹਾਂ। ਜੇ ਅਸੀਂ ਤੇਰੀ 5 ਕਕਾਰੀ ਰਹਿਤ ਰੱਖੀ ਹੋਈ ਹੈ ਪਰਮਾਤਮਾ ਜੀ, ਉਹ ਤੇਰੇ ਤਾਣ ਕਰਕੇ ਰਹੀ ਹੋਈ ਹੈ, ਸਾਡਿਆਂ ਰੱਖਿਆ ਹੋਏ ਨਹੀਂ ਰਹਿ ਰਹੀ। ਹੋ ਤੂੰ ਸੱਚਾ ਸਾਹਿਬ ਗੁਣੀ ਗਹਿਰਾ। हे ਪਰਮਾਤਮਾ ਤੂੰ ਸੱਚਾ ਮਾਲਕ ਹੈ ਸਾਡਾ, ਤੇ ਗੁਣਾਂ ਦਾ ਖਜ਼ਾਨਾ ਹੈ।
ਗੁਣਾ ਤੂੰ ਸੋਮੈ ਮਹਾਰਾਜ। ਨਾਨਕ ਦਾਸ ਕਹੈ ਬੇਨਤੀ। ਹੁਣ ਨਾਨਕ ਦੇ ਕੱਕੇ ਨੂੰ ਔਂਕੜ ਹੈ। ਬਾਬਾ ਜੀ ਕਹਿੰਦੇ ਇਹ ਮੇਰੇ ਵੱਲੋਂ ਹੁੰਦਾ ਹੈ, ਵੀ ਫਸਟ ਪਰਸਨ ਦੇ ਵਿੱਚ ਹੁੰਦੀ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਕਿ ਮੈਂ ਨਾਨਕ ਦਾਸ ਭਾ, ਮੈਂ ਗੁਰੂ ਅਰਜਨ ਦੇਵ ਇੱਕ ਬੇਨਤੀ ਕਹਿ ਰਿਹਾ ਕਿ ਮੇਰੇ ਤੇ ਕਿਰਪਾ ਕਰ ਸਤਿਗੁਰੂ, 8 ਪਹਿਰ ਤੁਧ ਧਿਆਈ ਜੀਓ। ਮੈਂ ਤੈਨੂੰ 8 ਪਹਿਰ ਤੇਰੇ 'ਚ ਧਿਆਨ ਜੋੜ ਕੇ ਰੱਖਾਂ। ਦੁਨਿਆਵੀ ਕੰਮ ਕਰਦਾ, ਹੱਸਦਾ ਖੇਡਦਾ, ਸੌਂਦਾ ਜਾਗਦਾ, ਖਾਂਦਾ ਪੀਂਦਾ, ਮੇਰਾ ਧਿਆਨ ਤੇਰੇ ਵੱਲ ਹੋਵੇ। ਜਿਹਨੂੰ ਆਪਾਂ ਸੌਖਾ ਪੰਜਾਬੀ 'ਚ ਕਹਿੰਦੇ ਆ ਕਿ ਹੱਥ ਕਾਰ ਵੱਲ, ਦਿਲ ਯਾਰ ਵੱਲ। ਕੁੜੀਆਂ ਪਹਿਲਾਂ ਚਰਖਾ ਕੱਤਦੀਆਂ ਹੁੰਦੀਆਂ ਸੀ ਤੇ ਜਿਹਦੇ ਲਈ ਦਾਜ ਤਿਆਰ ਕਰਦੀਆਂ ਹੁੰਦੀਆਂ ਸੀ ਆਪਣੇ ਅਣਜਾਣੇ ਪਤੀ ਲਈ, ਧਿਆਨ ਉਹਦਾ ਉੱਧਰ ਹੁੰਦਾ ਸੀ। ਸੁਨਿਆਰਾ ਗਹਿਣੇ ਘੜਦਾ, ਗਾਹਕਾਂ ਨਾਲ ਗੱਲਾਂ ਵੀ ਮਾਰੀ ਜਾਂਦਾ, ਪਰ ਉਹਦਾ ਸਾਰਾ ਧਿਆਨ ਗਹਿਣੇ ਦੇ ਉੱਤੇ ਡਿਜ਼ਾਈਨ ਪਾਉਣ ਤੇ ਹੁੰਦਾ। ਆਪਣੀ ਮਨ ਮਰਜ਼ੀ ਦੀ ਸ਼ੇਪ ਉਹਨਾਂ ਨੂੰ ਦੇ ਦਿੰਦਾ। ਪਤੰਗ ਚੜਾਉਣ ਵਾਲਾ ਬੱਚਾ ਆਪਣੇ ਸੱਜਣਾ ਮਿੱਤਰਾਂ ਨਾਲ ਗੱਲਾਂ ਵੀ ਕਰੀ ਜਾਂਦਾ, ਆਪਣੇ ਬੇਲੀਆਂ ਨਾਲ, ਤੇ ਪਤੰਗ ਨੂੰ ਤੁਣਕੇ ਮਾਰਦਾ, ਉਹ ਬੱਦਲਾਂ ਦੀ ਉਚਾਈ ਤੱਕ ਲੈ ਜਾਂਦਾ। ਉਹਦਾ ਸਾਰਾ ਧਿਆਨ ਆਪਣੀ ਪਤੰਗ ਵੱਲ ਹੁੰਦਾ। ਗਾਂ 5 ਕੋਹ ਭਾਵ ਦੂਰ 4 ਗਾਹਾਂ ਦੇ ਵਿੱਚ ਘਾਹ ਚੁਗਦੀ ਹੈ, ਉਹਦਾ ਸਾਰਾ ਧਿਆਨ ਆਪਣੇ ਬੱਚੇ ਵੱਲ ਹੁੰਦਾ। ਮੇਰਾ ਬੱਚਾ ਘਰ ਬੰਨਿਆ ਹੋਇਆ, ਉਹਦੇ ਵਾਸਤੇ ਮੈਂ ਦੁੱਧ ਤਿਆਰ ਕਰਦੀ ਹਾਂ ਘਾਹ ਖਾ ਕੇ। ਕਛੂ ਕੁੰਮੀ ਪਾਣੀ ਦੇ ਵਿੱਚ ਹੁੰਦੀ ਹੈ, ਉਹਦਾ ਸਾਰਾ ਧਿਆਨ ਬਾਹਰ ਬਰੇਤੇ 'ਚ ਦਿੱਤੇ ਹੋਏ ਆਂਡਿਆਂ ਵੱਲ ਹੁੰਦਾ। ਆਪਣੇ ਧਿਆਨ ਨਾਲ ਇਹ ਆਂਡੇ ਪਕਾ ਲੈਂਦੀ ਹੈ, ਬੱਚੇ ਕੱਢ ਲੈਂਦੀ ਹੈ। ਹਜ਼ਾਰਾਂ ਦੀ ਗਿਣਤੀ 'ਚ ਕਛੂ ਕੁੰਮੀਆਂ ਹੁੰਦੀਆਂ ਨੇ ਪਾਣੀ ਦੇ ਵਿੱਚ, ਸਮੁੰਦਰ ਦੇ ਵਿੱਚ। ਸਾਧ ਸੰਗਤ ਜੀ, ਉਹ ਧਿਆਨ ਦੀ ਕਿ ਆਪਣਾ ਜਿਹੜੇ ਹੈ ਰਾਹੀਂ ਉਹ ਬੱਚੇ ਉਹ ਆਪਣੀ ਮਾਂ ਕੋਲ ਹੀ ਜਾਂਦੇ ਨੇ, ਕਿਸੇ ਹੋਰ ਕੋਲ ਨਹੀਂ ਜਾਂਦੇ। ਮਹਾਰਾਜ ਐਸਾ ਧਿਆਨ ਮੈਨੂੰ ਬਖਸ਼ੋ, ਮੈਂ ਨਾਨਕ ਦਾਸ ਤੇਰੇ ਚਰਨਾਂ 'ਚ ਬੇਨਤੀ ਕਰਦਾ। ਇਹ 8 ਪੈਰਾਂ ਧਿਆਉਣਾ ਤੁਸੀਂ ਮੈਨੂੰ ਬਖਸ਼ਿਸ਼ ਕਰੋ। ਅੱਗੇ ਗਰੀਬ ਨਵਾਜ ਫਰਮਾਉਂਦੇ ਨੇ, ਮਾਜ ਮਹਿਲਾ 5ਵਾਂ। ਸਭੇ ਸੁਖ ਭਏ ਪ੍ਰਭ ਤੁਠੇ, ਗੁਰ ਪੂਰੇ ਕੇ ਚਰਨਵਨ ਬੁਠੇ। ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਅਗੰਮ ਅਗੋਚਰ ਸਾਹਿਬ ਮੇਰਾ, ਘਟ ਘਟ ਅੰਤਰ ਵਰਤੈ ਨੇਰਾ। ਸਦਾ ਅਲਿਪਤ ਜੀਆਂ ਕਾ ਦਾਤਾ, ਕੋ ਵਿਰਲਾ ਆਪ ਪਛਾਣੈ ਜੀਓ। ਪ੍ਰਭ ਮਿਲਨੈ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕੈ ਭਾਣੈ ਜੀਓ। ਹੱਥੀਂ ਦਿੱਤੀ ਪ੍ਰਭ ਦੇਵਨ ਹਾਰੈ, ਜਨਮ ਮਰਨ ਰੋਗ ਸਭ ਨਿਵਾਰੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਪੰਚਮ ਪਾਤਸ਼ਾਹ ਫਰਮਾਉਂਦੇ ਨੇ, ਸਭੇ ਸੁਖ ਭਏ ਪ੍ਰਭ ਤੁਠੇ। ਪਰਮਾਤਮਾ ਦੇ ਖੁਸ਼ ਹੋਣ ਨਾਲ ਸਾਰੇ ਸੁੱਖ ਪ੍ਰਾਪਤ ਹੋਏ ਨੇ। ਮਹਾਰਾਜ ਕਹਿੰਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਪਰ ਜੇ ਉਹਦੀ ਨਦਰ ਪੱਠੀ ਹੋ ਜੇ ਫਿਰ ਸੁਲਤਾਨਾ ਘਾਵ ਕਰਾਏਂਦਾ। ਜੇ ਪਰਮਾਤਮਾ ਜੀ ਤੁਰਠ ਜਾਣ ਤਾਂ ਸਾਰੇ ਤਰ੍ਹਾਂ ਦੇ ਸੁੱਖ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ। ਸਾਧ ਸੰਗਤ ਜੀ, ਹੁਣ ਸੁੱਖ ਕੀ ਪ੍ਰਾਪਤ ਹੋਇਆ? ਗੁਰ ਪੂਰੇ ਕੇ ਚਰਨ ਮਨ ਬੁੱਠੇ। ਹੁਣ ਪਰਮਾਤਮਾ ਦੀ ਕਿਰਪਾ ਹੋਈ ਹੈ, ਸਾਰੇ ਸੁੱਖ ਪ੍ਰਾਪਤ ਹੋਏ ਨੇ। ਉਹਨਾਂ 'ਚੋਂ ਇੱਕ ਸ਼੍ਰੋਮਣੀ ਸੁੱਖ ਇਹ ਵੀ ਮਿਲ ਗਿਆ ਕਿ ਪੂਰੇ ਗੁਰੂ ਦੀ ਯਾਦ ਰੂਪੀ ਚਰਨ ਮਨ ਵਿੱਚ ਵਸ ਗਏ। ਗੁਰੂ ਦੇ ਚਰਨ ਕੀ ਨੇ? ਗੁਰੂ ਦੀ ਯਾਦ। ਗੁਰੂ ਪੂਰੇ ਗੁਰੂ ਦੇ ਚਰਨ ਨੇ ਜਿਹੜੇ ਹਿਰਦੇ 'ਚ ਵਸ ਗਏ। ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਜਾਣੈ ਸੋਈ ਜੀਓ। ਹੁਣ ਇਹੋ ਜਿਹੇ ਵੱਡੇ ਭਾਗਾਂ ਵਾਲੇ ਜੀਵ ਦੀ ਅਡੋਲ ਸਮਾਧੀ ਲੱਗੀ ਹੋਈ ਹੈ, ਅੰਦਰ ਲਿਵ ਲੱਗੀ ਹੋਈ ਹੈ। ਹੁਣ ਉਸ ਰਸ ਨੂੰ ਉਹੀ ਜਾਣਦਾ ਜਿਹਦੀ ਸਮਾਧੀ ਲੱਗੀ ਹੋਈ ਹੈ। ਹੁਣ ਇੱਕ ਬੰਦਾ ਗੂੰਗਾ ਬੰਦਾ, ਉਹ ਜਲੇਬੀਆਂ ਖਾ ਰਿਹਾ ਰਸ ਨਾਲ ਭਰੀਆਂ ਹੋਈਆਂ ਤਾਜ਼ੀਆਂ ਤਾਜ਼ੀਆਂ। ਹੁਣ ਉਹਨੂੰ ਦੱਸਣਾ ਆਉਂਦਾ ਨਹੀਂ, ਪਰ ਉਹ ਰਸ ਮਾਣਦਾ, ਉਹਦੇ ਮੂੰਹ ਤੋਂ ਪਤਾ ਲੱਗ ਜਾਂਦਾ ਵੀ ਹਾਂ ਜਿਹੜੇ ਪਚਾਕੇ ਮਾਰ ਮਾਰ ਖਾ ਰਿਹਾ ਇਹਨੂੰ ਸਵਾਦ ਆ ਰਿਹਾ। ਜਿਹੜਾ ਸਮਾਧੀ ਦੇ ਵਿੱਚ ਬੈਠਾ ਉਹਦੀ ਜਿਹੜੀ ਬਾਡੀ ਲੈਂਗੁਏਜ ਆ ਉਹ ਦੱਸ ਦਿੰਦੀ ਹੈ ਕਿਸੇ ਆਨੰਦ 'ਚ ਬੈਠਾ। ਇਹਨੂੰ ਗਰਮੀ ਸਰਦੀ ਧੁੱਪ ਛਾਂ ਕੋਈ ਪ੍ਰਭਾਵਿਤ ਨਹੀਂ ਕਰ ਰਹੀ। ਅਗੰਮ ਅਗੋਚਰ ਸਾਹਿਬ ਮੇਰਾ, ਘਟ ਘਟ ਵਰਤੈ ਅੰਤਰ ਨੇਰਾ।
सदा अलिप्त जियां का दाता को विरला आप पछाणा जियो। अगम वो हुंदा जिथे असी पहुँच ना सकीए, ना मन करके, ना तन करके, ना मतलब जिहड़ी है साडी कल्पना करके, ना बुद्धि करके। अगोचर जिहड़ा साडी कर्म इंद्रियां, ज्ञान इंद्रियां, साडी बुद्धि अकल दी पकड़ तो बाहर है। वो परमात्मा जिहड़ा अपहुंच परमात्मा, जिहड़ा अपकड़ परमात्मा है, वो मेरा साहिब है। घट घट वरता अंतर, घट घट अंतर वरता नेरा। वो सारे दे हिरदियां दे विच नेड़े होके वरत रहा। साध संगत जी, मनुख की किड्डी बदकिस्मती है, जिहड़ी सब तो नेड़े वाली वस्तु है वो उहनूं दींदी होनी। बिल्कुल उस तरह साडियां पलकां दे हेठां वाले पासे ना कोई कान लग जे, वो नहीं सानूं दिसूगा। 4 कोह ते 10 कोह ते 50 कोह ते बड़े बड़े पर्बत सानूं दींजणगे। आसमान दे विच मतलब अरबां खरबां कोहां दूर तारे सूरज वो सानूं दिस रहा है, पर साडी अख दी पलक दे उत्ते फिरदी हुई कीड़ी सानूं नहीं दिस रही। साडी अख दे कोए विच लगी हुई गिड्ड सानूं नहीं दिस रही। एडी एडी दूर सानूं दिस रहे ने, भाव नेड़े वाली चीज़ सानूं नहीं दींदी हैगी। परमात्मा तो हुण अख तो भी नेड़े है, हरेक हिरदे च बस रहा, इस करके सानूं दिस नहीं रहा क्योंकि बहुत नेड़े आ। सानूं किताब पढ़नी पवे ना, वो अखां दे नाल ला के नहीं पढ़ सकते, थोड़ी दूर करनी पैगी, फुट 1.5 फुट। हुण बहुत नेड़े है, इस करके वो सानूं दिस नहीं रहा। सदा अलिप्त जियां का दाता को विरला आप पछाणा जियो। वो परमात्मा सारे जियां दा दाता, सारे जियां नूं देण वाला परमात्मा, वो संसार तो निर्लेप है, वो अलिप्त है। पर इस गल नूं कोई विरला अपने आप नूं पछाणदा कि मैं कौन हाँ। असीं हाँ तो उही, पर माया का प्रभाव है साडे ते इन्ना क पै गया, असीं अपने आप नूं होर कुछ समझी जाने। पर आ मिलना कि यह निशानी मन एको सच्चा हुक्म पछाणी। परमात्मा दे मिलनी यह निशानी है साध संगत जीओ। मन दे विच एको परमात्मा की याद होऊगी अते सच्चे परमात्मा का उन्हें हुक्म पछाणना। जिन्हां ने सानूं सत्संग भाव नाल जोड़िया ना, वो बड़भागी रूह चाचा मनजीत सिंह असीं कहंदे हुंदे सी, साडे महल्ले दे बंदे सी। स्काउट फैक्ट्री दे विच सर्विस करदे कीती आ उन्होंने, ऐ डोरी डोरी पा के ऐन दाढ़ी बन्ननी, उन्होंने पूरे शकीन सी। वो उन्होंने जिहदे घरें जाना, उन्होंने परमात्मा दियां गुरु दियां गल्लां करनियां। जदों किसी बंदे ने कोई संसारक गल शुरू करनी, उन्होंने नाल दी नाल घड़ी जी देखनी, ओ भैन जी मैनूं काम याद आ गया, मैं जाना, वो नाल दी नाल उठ के तुर जाना। यह है साध संगत जी हुक्म पछाणना। एको ही मन दे विच सच्चा है, एको ही सच्चा परमात्मा मन च वसिया है। उस दियां गल्लां चंगियां लगदियां जिहड़ा मन च वसिया होया, तो फिर उहदा हुक्म ही पछाणना। उहदा हुक्म की है बई भाई, गुरबाणी सारा उहदा हुक्म है। अमृत वेले जागण, कर इशनान, सिमर प्रभ अपना, मन तन भय रोगा, भी ये करना सारा कुछ। सह संतोख सदा पतासे, आनंद खसम कै भाणा जियो। कहते जेड़े परमात्मा नूं मिले ने वो तो हमेशा अडोल ने। सहज का मतलब अडोल, वो संतोष दे विच ने। वो अरबां खरबां रुपइया देख के भी नहीं डोलते, वो कोई अरबां अरशां दियां हूरां देख के भी नहीं डोलते। वो तो हमेशा तृप्त रहिंदे ने, रजे रहिंदे ने हमेशा। उन्हां दा आनंद खसम कै भाणा जियो। परमात्मा दे भाणे विच ही आनंदित ने। वो भुखे ने जां रजे होए ने, जां वो मानत किए गए ने जां अपमानित किए गए ने, जां किसी वालों सत्कार मिलिया जां तिरस्कार मिलिया, उन्होंने इस गल नाल कोई लैना देना नहीं हुंदा। वो तो परमात्मा के भाणे विच रहिंदे ने हमेशा, ते आनंद दे विच रहिंदे ने। हथी दित्ती प्रभ देवन हारै, जन्म मरण रोग सब निवारे। नानक दास किए प्रभ अपने, हर कीर्तन रंग माणे जियो। ये दात परमात्मा ने कहने आप अपने हथी दित्ती है। उपरोक्त जो वर्णन होया है, ये दातां परमात्मा ने अपने हथी देण वाले परमात्मा ने आप दित्तियां ने जीव नूं। जिन्हें ये दात प्राप्त कर गया साध संगत जी, उहदा जन्म मरण दे अते हौमे मकाम क्रोध लोभ मोह अहंकार हौमे आदि रोग सारी खत्म करते, निवारे बने दूर करते। सब तो बड़ा रोग है हौमे का। ये काम क्रोध लोभ मोह अहंकार दे रोग ये हौमे कारनी ने।
ਇਹ ਆਦਿ ਵਿਆਧੀ ਉਪਾਧੀ ਦੇ ਤਾਪ, ਤਿੰਨੇ ਤਾਪ ਇਹ ਸਿਰਫ ਹਉਮੈ ਕਾਰਨ। ਹੁਣ ਪਰਮਾਤਮਾ ਨੇ ਦਾਤ ਆਪਣੇ ਹੱਥਾਂ ਨਾਲ ਦਿੱਤੀ ਹੈ ਭਜਨ ਬੰਦਗੀ ਦੀ, ਸਿਮਰਨ ਦੀ। ਇਸ ਕਰਕੇ ਮਹਾਰਾਜ ਕਹਿੰਦੇ ਜਨਮ ਮਰਨ ਵੀ ਅਤੇ ਸਾਰੇ ਰੋਗ ਪਰਮਾਤਮਾ ਨੇ ਆਪ ਦੂਰ ਕੀਤੇ ਨੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਕਹਿੰਦੇ ਹੇ ਪੰਚਮ ਗੁਰਦੇਵ ਕਹਿੰਦੇ ਨੇ, ਹੇ ਨਾਨਕ ਉਹਨੇ ਆਪਣੇ ਦਾਸ ਬਣਾ ਲਏ ਪਰਮਾਤਮਾ ਨੇ। ਉਹ ਜਿਹੜੇ ਉਹਨੇ ਆਪਣੇ ਦਾਸ ਬਣਾਏ ਹੋਏ ਨਾ ਪਰਮਾਤਮਾ ਨੇ, ਉਹ ਤਾਂ ਹਰੀ ਦੀ ਕੀਰਤੀ ਦਾ, ਹਰੀ ਦੀ ਸਿਫਤ ਸਲਾਹ ਦਾ ਰੰਗ ਮਾਣਦੇ ਨੇ, ਭਾਵ ਪਿਆਰ ਮਾਣਦੇ ਨੇ। ਉਹ ਤਾਂ ਪਿਆਰ ਨਾਲ ਉਹਦੀ ਕੀਰਤੀ, ਉਹਦੀ ਵਡਿਆਈ ਕਰਦੇ ਨੇ। ਸਾਧ ਸੰਗਤ ਜੀਓ, ਪੰਚਮ ਪਾਤਸ਼ਾਹ ਨੇ ਬੜੇ ਉੱਤਮ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਦਇਆ ਕਰਨ ਸਤਿਗੁਰੂ, ਇਹ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸ ਜਾਣ, ਇਹਦੇ ਮੁਤਾਬਕ ਸਾਡੀ ਜ਼ਿੰਦਗੀ ਹੋ ਜਾਵੇ ਤਾਂ ਕਿ ਅਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਾਣ ਸਕੀਏ। ਸਾਧ ਸੰਗਤ ਜੀਓ, ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ ਹੋਈਆਂ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਤਰੁੱਟੀਆਂ ਦੀ ਮੁਆਫੀ ਬਖਸ਼ਿਸ਼ ਕਰਨੀ, ਅੱਗੇ ਵਾਸਤੇ ਅਸੀਸ ਬਖਸ਼ਣੀਆਂ, ਕਿਉਂਕਿ ਗੁਰੂ ਮਹਾਰਾਜ ਨੇ ਸੰਗਤ ਨੂੰ 20 ਵਿਸਵੇ ਕਿਹਾ, ਸੰਗਤ ਨੂੰ ਉੱਚਾ ਦਰਜਾ ਕਿਹਾ। ਤੁਹਾਡੀਆਂ ਅਸੀਸਾਂ ਸਦਕਾ ਮੇਰੇ ਗਰੀਬ ਦਾ ਭਲਾ ਹੋ ਜਾਣਾ। ਅਸੀਸ ਦੇਣੀ ਹੈ ਅੱਗੇ ਤੋਂ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਭਿੱਜ ਕੇ ਕਰੀਏ, ਸ਼ਰਧਾ ਭਾਵਨਾ ਇਕਾਗਰਤਾ ਨਾਲ ਕਰੀਏ, ਗੁਰੂ ਆਸ਼ੇ ਅਨੁਸਾਰ ਹੋਵੇ, ਇਹ ਅਸੀਸ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।